ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਰਿਤਰੋਪਖਿਆਨ ਤੇ ਵਿਚਾਰ ਲੜੀ ਜੋ ਸਾਡੀ ਚੱਲ ਰਹੀ ਹੈ, ਅਸੀਂ ਵੀਡੀਓ ਨੰਬਰ 5 ਅਤੇ 6 ਵਿੱਚ ਚਰਿੱਤਰ ਨੰਬਰ 16 ਦੀ ਵਿਚਾਰ ਕੀਤੀ ਸੀ। ਅਸੀਂ ਉਦੋਂ ਕਿਹਾ ਸੀ ਕਿ ਭਈ ਇਹ ਚਰਿੱਤਰ ਜਿਹੜਾ ਸਿੱਖ ਧਰਮ ਨੂੰ ਖਤਮ ਕਰਨ ਦਾ ਮੁੱਢ ਹੈ। ਉਸ ਚਰਿੱਤਰ ਵਿੱਚ ਸਿਰਫ ਸਤਲੁਜ ਨਦੀ ਦੇ ਕੰਢੇ ਤੇ ਰਾਜੇ ਦਾ ਜ਼ਿਕਰ ਸੀ। ਉਹਦੇ ਵਿੱਚ ਨਾ ਤੇ ਆਨੰਦਪੁਰ ਦਾ ਨਾਮ ਸੀ, ਨਾ ਕਹਿਲੂਰ ਰਿਆਸਤ ਦਾ ਨਾਮ ਸੀ, ਨਾ ਨੈਣਾ ਦੇਵੀ ਮੰਦਰ ਦਾ ਨਾਮ ਸੀ। ਸਿਰਫ ਸਤਲੁਜ ਨਦੀ ਦੇ ਕੰਢੇ ਇੱਕ ਰਾਜਾ ਸੀ ਤੇ ਉਸ ਰਾਜੇ ਕੋਲ ਲੋਕ ਦੂਰੋਂ ਦੂਰੋਂ ਚੱਲ ਕੇ ਵਰ ਪ੍ਰਾਪਤ ਕਰਨ ਆਉਂਦੇ ਸਨ। ਤਾਂ ਅਸੀਂ ਉਦੋਂ ਕਿਹਾ ਸੀ ਕਿ ਰਾਜੇ ਕੋਲ ਤਾਂ ਚੀਜ਼ਾਂ ਲੈਣ ਆਉਂਦੇ ਨੇ, ਰਾਜੇ ਕੋਲ ਤਾਂ ਨੌਕਰੀ ਜਾਂ ਪੈਸਾ ਲੈਣ ਆਉਂਦੇ ਨੇ, ਵਰ ਪ੍ਰਾਪਤ ਰਾਜਿਆਂ ਕੋਲ ਨਹੀਂ ਕੀਤੇ ਜਾਂਦੇ। ਇਹ ਜਿਹੜਾ ਲਿਖਾਰੀ ਹੈ ਇਹ ਸ਼ਰਾਰਤ ਵਸ ਕਿਹੜੇ ਢੰਗ ਨਾਲ ਇਸ਼ਾਰਾ ਕਿਤੇ ਹੋਰ ਕਰ ਰਿਹਾ। ਪਰ ਸਾਡੀ ਮਜਬੂਰੀ ਇਹ ਹੈ ਕਿ ਅਸੀਂ ਇਸ ਦੀ ਓਨੀ ਗੱਲ ਕਰਨੀ ਹੈ ਜਿੰਨੀ ਚਰਿਤਰੋਪਖਿਆਨ ਵਿੱਚ ਲਿਖੀ ਹੋਈ ਹੈ। ਆਪਣੇ ਕੋਲੋਂ ਨਾ ਤਾਂ ਕੋਈ ਨਾਮ ਵਰਤਣਾ, ਨਾ ਕੋਈ ਗੱਲ ਕਰਨੀ ਹੈ, ਕਿਉਂਕਿ ਸਾਨੂੰ ਪਤਾ ਹੈ ਲਿਖਾਰੀ ਦਾ ਮਕਸਦ ਕੀ ਹੈ, ਉਹ ਸਾਨੂੰ ਸਮਝ ਆ ਗਈ। ਪਰ ਆਮ ਸਿੱਖ ਜਿਹੜਾ ਹੈ ਉਹ ਇਸ ਚੀਜ਼ ਨੂੰ, ਜਿਵੇਂ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੁੰਦ ਲੈਂਦਾ, ਐਵੇਂ ਸਿੱਖਾਂ ਨੇ, ਸਾਡੇ ਪ੍ਰਚਾਰਕਾਂ ਨੇ, ਸਾਡੇ ਵਿਦਵਾਨਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਵੀ ਸਾਨੂੰ ਕਿਹੜਾ ਬਿੱਲੀ ਦਿਸਦੀ ਹੈ। ਪਰ ਬਿੱਲੀ ਨੂੰ ਕਬੂਤਰ ਦਿਸਦਾ। ਜਿਨ੍ਹਾਂ ਨੇ ਇਹ ਚਰਿੱਤਰ ਲਿਖੇ ਲਿਖਵਾਏ ਹਨ, ਜਿਨ੍ਹਾਂ ਨੇ ਇਹ ਗ੍ਰੰਥ ਸਾਡੇ ਗਲੇ ਪਾਏ ਹਨ, ਉਹਨਾਂ ਨੂੰ ਪਤਾ ਹੈ ਕਿਹੜੀ ਚੀਜ਼ ਕਿਹੜੇ ਸਮੇਂ 'ਤੇ ਜ਼ਾਹਰ ਕਰਨੀ ਹੈ। ਸੋ ਅੱਜ ਅਸੀਂ ਚਰਿੱਤਰ ਨੰਬਰ 21 ਦੀ ਅੱਗੇ ਵਿਚਾਰ ਕਰਾਂਗੇ। ਚਰਿੱਤਰ ਨੰਬਰ 21 ਦੇ ਵਿੱਚ ਜਿਵੇਂ ਅਸੀਂ ਪਤਾ ਹੈ ਕਿ ਇਹ 404 ਚਰਿੱਤਰਾਂ ਦਾ ਆਧਾਰ 1 ਮਿੰਟ ਵਿੱਚ ਅਸੀਂ ਜਾਣ ਲਈਏ। ਇੱਕ ਰਾਜਾ ਸੀ, ਉਸ ਦੀ ਰਾਣੀ ਸੀ, ਉਸ ਦੇ ਘਰ ਇੱਕ ਪੁੱਤਰ ਹੋਇਆ। ਕਾਫੀ ਸਾਲਾਂ ਬਾਅਦ ਉਹ ਰਾਣੀ, ਉਹ ਪਰੀ ਸੀ, ਉੜ ਗਈ ਤੇ ਉਹ ਰਾਜਾ ਬੜਾ ਪਰੇਸ਼ਾਨ ਰਹਿੰਦਾ ਸੀ। ਉਸਨੇ ਇੱਕ ਹੋਰ ਐਸੀ ਲੜਕੀ ਉੜੀਸਾ ਰਾਜ ਵਿੱਚ ਦੇਖੀ ਜਿਸ ਦੀ ਸ਼ਕਲ ਰਾਣੀ ਨਾਲ ਮਿਲਦੀ ਸੀ। ਉਹਦੇ ਨਾਲ ਉਸਨੇ ਵਿਆਹ ਕਰਾ ਲਿਆ। ਤਦ ਤੱਕ ਉਸ ਦਾ ਪਹਿਲੇ ਵਿਆਹ ਦਾ ਪੁੱਤਰ ਵੀ ਜਵਾਨ ਹੋ ਚੁੱਕਾ ਸੀ। ਇਹ ਨਵੀਂ ਆਈ ਰਾਣੀ ਜਿਹੜੀ ਹੈ ਉਹ ਪੁੱਤਰ 'ਤੇ ਮੋਹਿਤ ਹੋ ਜਾਂਦੀ ਹੈ ਤੇ ਪੁੱਤਰ ਜਿਹੜਾ ਹੈ ਉਸ ਨੂੰ ਮਾਂ ਸਮਝਦਾ ਹੈ, ਉਸ ਨਾਲ ਸੰਬੰਧ ਨਹੀਂ ਬਣਾਉਂਦਾ ਹੈ, ਪਰ ਉਹ ਕਹਿੰਦੀ ਮੇਰੇ ਨਾਲ ਸੰਬੰਧ ਬਣਾਓ, ਸਰੀਰਕ ਸੰਬੰਧ। ਇਸ ਤਰ੍ਹਾਂ ਕਰਕੇ ਜਦੋਂ ਪੁੱਤਰ ਨਹੀਂ ਮੰਨਦਾ ਤਾਂ ਉਹ ਜਿਹੜੀ ਰਾਣੀ ਹੈ ਨਵੀਂ ਆਈ, ਉਹ ਉਹਦੇ ਉੱਤੇ ਇਲਜ਼ਾਮ ਲਗਾਉਂਦੀ ਹੈ ਕਿ ਇਸ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ। ਰਾਜੇ ਨੂੰ ਗੁੱਸਾ ਆਉਂਦਾ ਹੈ ਤੇ ਰਾਜਾ ਜਿਹੜਾ ਉਹ ਆਪਣੇ ਪੁੱਤਰ ਨੂੰ ਕਤਲ ਕਰਨ ਦਾ ਹੁਕਮ ਦੇ ਦਿੰਦਾ ਹੈ। ਵਜ਼ੀਰ ਸਿਆਣੇ ਆ, ਉਹਨਾਂ ਨੇ ਕਿਹਾ ਵੀ ਰੁਕ ਜਾਓ, ਜਨਾਨੀਆਂ ਦੇ ਚਰਿੱਤਰ ਬਹੁਤ ਹੁੰਦੇ ਨੇ। ਇਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਹਰ ਰੋਜ਼ ਉਸ ਲੜਕੇ ਨੂੰ ਜੇਲ੍ਹ ਵਿੱਚੋਂ ਕੱਢ ਕੇ ਲਿਆਂਦਾ ਜਾਂਦਾ ਤੇ ਜਿਹੜੇ ਮੰਤਰੀ ਨੇ ਉਹ ਰਾਜੇ ਨੂੰ ਜਨਾਨੀਆਂ ਦੇ, ਔਰਤਾਂ ਦੇ ਚਰਿੱਤਰ ਸੁਣਾਉਂਦੇ ਨੇ। ਅਸਲ ਇਸ ਕਹਾਣੀ ਸਾਰੇ ਕੁਝ ਦਾ ਮਕਸਦ ਇਹ ਹੈ ਕਿ ਸਿੱਖ ਧਰਮ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਜਾਤੀ ਨੂੰ, ਉਹ ਇਸਤਰੀ ਹੋਵੇ ਜਾਂ ਪੁਰਸ਼ ਹੋਵੇ, ਊਚ ਹੋਵੇ ਜਾਂ ਨੀਚ ਹੋਵੇ, ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਕਰਕੇ ਸਾਰੇ ਸਮਾਜ ਨੂੰ ਯੂਨਾਈਟ ਕਰ ਦਿੱਤਾ ਸੀ, ਇਕੱਠਾ ਕਰ ਦਿੱਤਾ ਸੀ। ਹਰ ਵਿਅਕਤੀ ਲਈ, ਹਰ ਇਸਤਰੀ ਲਈ, ਹਰ ਜੀਵ ਲਈ ਇੱਜ਼ਤਦਾਰ ਜੀਵਨ ਜਿਉਣ ਦਾ ਇੱਕ ਤਰੀਕਾ ਦੱਸ ਦਿੱਤਾ ਸੀ। ਸਾਰਿਆਂ ਨੂੰ ਬਰਾਬਰਤਾ 'ਤੇ ਲੈ ਆਂਦਾ ਸੀ। ਜਿਨ੍ਹਾਂ ਨੂੰ ਜ਼ਿਆਦਾ ਪਿੱਛੇ ਸੁੱਟਿਆ ਗਿਆ ਸੀ, ਖਾਸ ਕਰਕੇ ਔਰਤਾਂ ਨੂੰ, ਉਹਨਾਂ ਦੇ ਲਈ ਖਾਸ ਲਫ਼ਜ਼ ਵਰਤੇ, ਸੋ ਕਿਉ ਮੰਦਾ ਆਖੀ ਹੈ
ਜਿਤ ਜੰਮੈ ਰਾਜਾਨ। ਅਸੀਂ ਸਾਰਿਆਂ ਨੂੰ ਇਹ ਅਰਥ ਪਤਾ ਹੈ, ਸਾਰੇ ਜਾਣਦੇ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਇਸਤਰੀ ਜਾਤੀ ਨੂੰ ਬਹੁਤ ਉੱਚਾ ਮਰਤਬਾ ਦਿੱਤਾ ਹੈ, ਬਹੁਤ ਸਤਿਕਾਰ ਦਿੱਤਾ। ਪਰ ਇਹ ਚੀਜ਼ ਜਿਹੜੀ ਹੈ ਵਰਨ ਆਸ਼ਰਮ ਨੂੰ ਮੰਨਣ ਵਾਲੇ ਔਰ ਸਭ ਤੋਂ ਸੁਪਰੀਮ ਉਹਦੇ ਵਿੱਚ ਬ੍ਰਾਹਮਣ, ਉਸ ਨੂੰ ਇਹ ਬਹੁਤ ਖਲਦੀ ਸੀ, ਚੁੱਭਦੀ ਸੀ। ਉਸ ਲਈ ਇੱਕ ਕਾਂਟਾ ਸੀ ਜਿਹੜਾ ਉਹਦੇ ਹਮੇਸ਼ਾ ਚੁੱਭਦਾ ਰਹਿੰਦਾ ਸੀ। ਤੇ ਹੁਣ ਇਹ ਕਹਾਣੀਆਂ ਬਣਾ ਕੇ ਇੱਕ ਚਿੱਤਰ ਨਾਟਕ ਨਾਮ ਦਾ ਗ੍ਰੰਥ, ਉਹਦਾ ਨਾਂ 10ਵਾਂ ਗ੍ਰੰਥ ਰੱਖ ਦਿੱਤਾ ਗਿਆ। ਤੇ ਉਸ ਗ੍ਰੰਥ ਵਿੱਚ ਆ 404 ਅਸ਼ਲੀਲ ਚਰਿੱਤਰ ਪਾ ਦਿੱਤੇ ਗਏ। ਔਰ ਇਹ 404 ਅਸ਼ਲੀਲ ਚਰਿੱਤਰਾਂ ਵਿੱਚ ਵੀ ਆ ਜਿਹੜੇ 5-6 ਚਰਿੱਤਰ ਅਸੀਂ ਵਿਚਾਰ ਕਰਨੇ ਆ, ਉਹ ਹੈ ਚਰਿੱਤਰ ਨੰਬਰ 16, 21, 22, 23 ਤੇ 1-2 ਹੋਰ ਚਰਿੱਤਰ ਨੇ। ਅਸਲ ਵਿੱਚ ਸਾਰਾ ਮਕਸਦ, ਸਾਰਾ ਕੁਝ ਇਹਨਾਂ ਚਰਿੱਤਰਾਂ ਵਿੱਚ ਛੁਪਿਆ ਹੋਇਆ। ਹਰ ਸਿੱਖ ਨੂੰ ਆ ਜਿਹੜੇ ਮੈਂ ਲਫ਼ਜ਼ ਬੋਲਣੇ ਨੇ, ਜਿਹੜੀਆਂ ਅੱਗੇ ਗੱਲਾਂ ਕਰਨੀਆਂ ਨੇ, ਇਹ ਐਵੇਂ ਟਾਈਮ ਪਾਸ ਲਈ ਮੈਂ ਨਹੀਂ ਕਰ ਰਿਹਾ। ਧਿਆਨ ਦੇਣਾ, ਇਹਨਾਂ ਗੱਲਾਂ ਦੀਆਂ ਬੜੀਆਂ ਡੂੰਘੀਆਂ ਰਮਜ਼ਾਂ ਹਨ। ਇਹ ਐਟਮ ਬੰਬ ਨੇ ਜਿਹੜੇ ਸਾਡੇ ਵਿਰੋਧੀਆਂ ਨੇ, ਇਹਨਾਂ ਨੂੰ ਉਦੋਂ ਚਲਾਉਣਾ ਜਦੋਂ ਉਹਨਾਂ ਨੇ ਆਪ ਹੀ ਸਮਾਂ ਮਿੱਥਿਆ ਹੋਇਆ ਹੈ। ਹੌਲੀ ਹੌਲੀ ਛੋਟੇ ਛੋਟੇ ਬੰਬ ਚਲਾਉਣੇ ਸ਼ੁਰੂ ਹੋ ਚੁੱਕੇ ਹਨ। ਔਰ ਵੱਡਾ ਧਮਾਕੇ ਉਦੋਂ ਹੋਣੇ ਨੇ ਧਰਮ ਦੇ ਵਿੱਚ ਜਦੋਂ ਉਹਨਾਂ ਨੇ ਸਾਨੂੰ ਤਕਰੀਬਨ ਜਕੜ ਲਿਆ ਪੂਰੀ ਤਰ੍ਹਾਂ। ਕਿਉਂਕਿ ਜਦ ਸਾਡੇ ਸਿੱਖ ਹੀ ਮੰਨੀ ਜਾਂਦੇ ਨੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਅੱਧਿਓਂ ਜ਼ਿਆਦਾ ਸਿੱਖ ਮੰਨੀ ਜਾ ਰਹੇ ਨੇ। ਥੋੜ੍ਹੇ ਬਹੁਤੇ ਸਿੱਖਾਂ ਨੂੰ ਜਾਗਰਤੀ ਆਈ ਹੈ ਤੇ ਉਹ ਇਸ ਦਾ ਵਿਰੋਧ ਕਰਦੇ ਨੇ, ਪਰ ਜ਼ਿਆਦਾਤਰ ਸਿੱਖ ਜਿਹੜੇ ਨੇ ਉਹ ਇਸ ਗੱਲ ਨੂੰ ਮੰਨੀ ਜਾ ਰਹੇ ਨੇ। ਤੇ ਉਹ ਇਹੀ ਚਾਹੁੰਦੇ ਨੇ ਕਿ ਸਾਡੇ ਸਿੱਖਾਂ ਵਿੱਚੋਂ ਹੀ ਇਸ ਨੂੰ ਅਪਣਾਇਆ ਜਾਵੇ ਔਰ ਫਿਰ ਉਹ ਕੱਲਾ ਕੱਲਾ ਕਰਕੇ ਸਾਡੇ ਤੇ ਵਾਰ ਕਰਨਗੇ। ਮੇਰਾ ਕੰਮ ਸਿਰਫ ਇਹੀ ਹੈ, ਸਿੱਖ ਕੌਮ ਨੂੰ ਜਗਾਉਣਾ। ਸਮੇਂ ਸਿਰ ਜਾਗ ਜਾਓ ਉਹ ਕਹਿ ਦਿਓ ਕਿ ਇਹ ਗ੍ਰੰਥ ਸਾਡਾ ਨਹੀਂ ਹੈ, ਇਸ ਗ੍ਰੰਥ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਇਸ ਗ੍ਰੰਥ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ਜਿੰਨੀ ਜਲਦੀ ਅਸੀਂ ਇਸ ਗੱਲ ਨੂੰ ਮੰਨ ਲਵਾਂਗੇ ਉਨਾ ਹੀ ਚੰਗਾ ਹੋਵੇਗਾ। ਜਿੰਨੀ ਦੇਰ ਕਰਾਂਗੇ ਬਿਮਾਰੀ ਦੇ ਵੱਧ ਜਾਣ ਦਾ ਖਤਰਾ ਹੋ ਸਕਦਾ ਹੈ। ਉਸ ਵੇਲੇ ਸਮਾਂ ਨਾ ਹੋਵੇ, ਸਾਡੀ ਗੱਲ ਦਾ ਕੋਈ ਮਤਲਬ ਨਾ ਨਿਕਲੇ। ਸੋ ਆਓ ਅਸੀਂ ਇਸ ਕਹਾਣੀ ਨੂੰ ਚਰਿੱਤਰ ਨੰਬਰ 21 ਨੂੰ ਪੜ੍ਹਦੇ ਹਾਂ। ਰਾਜੇ ਨੇ ਪੁੱਤਰ ਨੂੰ ਪਕੜ ਕੇ ਬੰਦੀਖਾਨੇ ਵਿੱਚ ਭੇਜ ਦਿੱਤਾ। ਸਵੇਰ ਵੇਲੇ ਮੰਤਰੀ ਸਹਿਤ ਫਿਰ ਬੁਲਾ ਲਿਆ। ਰਾਜੇ ਨੇ ਪ੍ਰਸੰਨ ਹੋ ਕੇ ਮੰਤਰੀਆਂ ਨੂੰ ਇਸ ਤਰ੍ਹਾਂ ਕਿਹਾ ਕਿ ਚਤਰ ਇਸਤਰੀਆਂ ਅਤੇ ਪੁਰਸ਼ਾਂ ਦੇ ਚਰਿੱਤਰ ਪ੍ਰਸੰਗ ਮੈਨੂੰ ਸੁਣਾਓ। ਹੁਣ ਜਿਹੜੀ ਅੱਗੇ ਮੈਂ ਸ਼ਬਦ ਬੋਲਣੇ ਨੇ, ਇਹਨਾਂ ਨੂੰ ਇੱਕ ਇੱਕ ਸ਼ਬਦ ਨੂੰ ਧਿਆਨ ਨਾਲ ਨੋਟ ਕਰ ਲੈਣਾ। ਸਤਲੁਜ ਨਦੀ ਦੇ ਕੰਢੇ ਆਨੰਦਪੁਰ ਨਾਂ ਦਾ ਇੱਕ ਪਿੰਡ ਸੀ, ਜੋ ਨੈਣਾ ਦੇਵੀ ਪਰਬਤ ਦੇ ਨੇੜੇ ਕਹਿਲੂਰ ਖੇਤਰ ਵਿੱਚ ਸੀ, ਕਹਿਲੂਰ ਰਿਆਸਤ ਵਿੱਚ ਸੀ। ਆਨੰਦਪੁਰ, ਨੈਣਾ ਦੇਵੀ, ਸਤਲੁਜ ਦਾ ਕੰਢਾ ਤੇ ਕਹਿਲੂਰ ਰਿਆਸਤ ਵਿੱਚ ਇਹ ਪਿੰਡ ਸੀ। ਆਨੰਦਪੁਰ ਉਹਦਾ ਨਾਂ ਸੀ। ਇਹ ਚਰਿੱਤਰ ਉੱਥੇ ਹੋਇਆ ਜਿਹੜਾ 16 ਨੰਬਰ 'ਚ ਅਸੀਂ ਰਾਜਾ ਪੜ੍ਹਿਆ ਸੀ ਨਾ। ਹੁਣ ਹੌਲੀ ਹੌਲੀ ਰਾਜਾ ਉਹ ਗੁਰੂ ਬਣ ਜਾਣਾ, ਇਹ ਧਿਆਨ ਦੇਣਾ। ਔਰ ਆਨੰਦਪੁਰ ਵਿੱਚ ਗੁਰੂ ਕੌਣ ਸੀ, ਇਹ ਕਿਸੇ ਨੂੰ ਦੱਸਣ ਪੁੱਛਣ ਦੀ ਲੋੜ ਨਹੀਂ। ਆਨੰਦਪੁਰ ਵਿੱਚ ਗੁਰੂ ਕੌਣ ਸੀ, ਇਹਦੀ ਜ਼ਿਆਦਾ ਵਿਆਖਿਆ ਕਰਨ ਦੀ ਲੋੜ ਨਹੀਂ। ਹਰ ਸਿੱਖ ਨੂੰ ਪਤਾ ਹੈ ਕਿ ਆਨੰਦਪੁਰ ਸਾਹਿਬ ਵਿੱਚ ਗੁਰੂ ਕੌਣ ਸੀ। ਗੱਲ ਰਾਜੇ ਤੋਂ ਸ਼ੁਰੂ ਹੋਣੀ ਆ, ਪਹੁੰਚ ਜਾਣੀ ਗੁਰੂ ਤੱਕ, ਤੇ ਉਹ ਅਸੀਂ ਦੇਖਣਾ। ਉੱਥੇ ਸਿੱਖ ਫਿਰਕੇ ਦੇ ਬਹੁਤ ਲੋਕ ਪ੍ਰਸੰਨ ਚਿੱਤ ਨਾਲ ਆਉਂਦੇ ਸਨ ਅਤੇ ਮਨ ਇੱਛਤ ਅਤੇ ਮੂੰਹ ਮੰਗੇ ਵਰ ਪ੍ਰਾਪਤ ਕਰਕੇ ਘਰਾਂ ਨੂੰ ਪਰਤਦੇ ਸਨ। ਇੱਕ ਧਨਵਾਨ ਦੀ ਇਸਤਰੀ ਉਸ ਨਗਰ ਵਿੱਚ ਆ ਕੇ ਅਤੇ ਉੱਥੋਂ ਦੇ ਰਾਜੇ ਨੂੰ ਵੇਖ ਕੇ
ਵਿਛੋੜੇ ਦੇ ਬਾਣ ਨਾਲ ਵਿੰਨ੍ਹੀ ਗਈ, ਦੁਖੀ ਹੋ ਗਈ। ਭਾਵ ਉਸ ਨਾਲ ਉਸ ਨੂੰ ਪਿਆਰ ਹੋ ਗਿਆ। ਉਸਨੇ ਕੀ ਕੀਤਾ, ਇੱਕ ਮਗਨ ਨਾਂ ਦਾ ਇੱਕ ਵਿਅਕਤੀ, ਮਗਨ ਨਾਂ ਦਾ ਜਿਹੜਾ ਵਿਅਕਤੀ ਸੀ ਉਸ ਰਾਜੇ ਦੇ ਦਰਬਾਰ ਵਿੱਚ ਖਾਸ ਬੰਦਾ ਸੀ। ਉਸ ਵਿਅਕਤੀ ਨੂੰ ਰਾਜੇ ਦਾ ਦਾਸ ਲਿਖਿਆ, ਉਸ ਨੂੰ ਉਸਨੇ ਬੁਲਾ ਲਿਆ, ਉਸ ਨੂੰ ਕੁਝ ਧਨ ਦੇ ਕੇ ਇਸ ਤਰ੍ਹਾਂ ਸਮਝਾਇਆ, ਤੁਹਾਡੇ ਨਗਰ ਵਿੱਚ ਜੋ ਰਾਜਾ ਰਹਿੰਦਾ ਹੈ ਮੈਨੂੰ ਉਸ ਨਾਲ ਮਿਲਾ ਦੇ, ਉਸ ਨਾਲ ਮੇਲ ਹੋ ਜਾਣ 'ਤੇ ਮੈਂ ਤੈਨੂੰ ਬਹੁਤ ਧਨ ਦਿਆਂਗੀ। ਮਗਨ ਧਨ ਦੇ ਲਾਲਚ ਵਿੱਚ ਲੱਗ ਕੇ ਰਾਜੇ ਕੋਲ ਆ ਗਿਆ, ਹੱਥ ਜੋੜ ਕੇ ਅਤੇ ਪੈਰੀਂ ਪੈ ਕੇ ਇਸ ਤਰ੍ਹਾਂ ਬੇਨਤੀ ਕੀਤੀ, ਆਪ ਜੋ ਮੰਤਰ ਸਿੱਖਣਾ ਚਾਹੁੰਦੇ ਸੀ ਉਹ ਮੇਰੇ ਹੱਥ ਆ ਗਿਆ ਹੈ, ਜੋ ਮੈਂ ਤੁਹਾਨੂੰ ਕਰਨ ਲਈ ਕਹਾਂ ਉਹ ਤੁਸੀਂ ਕਰੋ। ਮਤਲਬ ਉਹ ਜਿਹੜਾ ਰਾਜਾ ਸੀ ਆਨੰਦਪੁਰ ਦਾ, ਉਹ ਕੋਈ ਮੰਤਰ ਸਿੱਖਣਾ ਚਾਹੁੰਦਾ ਸੀ। ਜੇ ਮੰਤਰ ਸਿੱਖਣ ਦੇ ਲਈ ਉਸਨੇ ਇਸ ਆਪਣੇ ਬੰਦੇ ਨੂੰ ਪਹਿਲਾਂ ਕਿਤੇ ਕਿਹਾ ਹੋਊਗਾ, ਮਦਨ ਨਾਂ ਦੇ ਬੰਦੇ ਨੂੰ, ਵੀ ਮੈਂ ਮੰਤਰ ਸਿੱਖਣਾ, ਔਰ ਇਹ ਰਾਜਾ ਅੱਗੋਂ ਗੁਰੂ ਬਣ ਜਾਣਾ। ਧਿਆਨ ਦਿਓ, ਮੰਤਰ ਸਿੱਖਣਾ, ਗੁਰੂ ਨੇ ਕੀ ਮੰਤਰ ਸਿੱਖਣਾ, ਗੁਰੂ ਨੇ ਤਾਂ ਲੋਕਾਂ ਨੂੰ ਸਿਖਾਉਣਾ ਸੀ। ਪਰ ਕਿਉਂਕਿ ਕਹਾਣੀ ਘਾੜੇ ਨੇ, ਕਹਾਣੀ ਇਸ ਤਰ੍ਹਾਂ ਘੜੀ ਹੈ ਕਿ ਕਿਵੇਂ ਉਸਨੇ ਸਾਨੂੰ ਆਪਣੇ ਚੁੰਗਲ ਵਿੱਚ ਫਸਾਉਣਾ ਹੈ, ਤੇ ਉਸਨੇ ਤਰਕੀਬ ਜਿਹੋ ਜੀ ਉਹ ਧਨਵਾਨ ਇਸਤਰੀ ਨੇ ਤਰਕੀਬ ਉਸ ਬੰਦੇ ਨੂੰ ਦੱਸੀ ਸੀ, ਤੇ ਉਸ ਤਰ੍ਹਾਂ ਉਸਨੇ ਰਾਜੇ ਨੂੰ ਸਮਝਾ ਦਿੱਤਾ। ਤੇ ਕੀ ਕੀਤਾ ਰਾਜੇ ਨੇ, ਉਹ ਸਾਧ ਦਾ ਭੇਸ ਧਾਰ ਕੇ ਅਤੇ ਆਪਣੇ ਮਨ ਵਿੱਚ ਭਗਵਤੀ ਦਾ ਸਿਮਰਨ ਕਰਦਾ ਹੋਇਆ ਚੱਲ ਪਿਆ। ਰਾਣੀ ਨੇ ਕਿਹਾ ਹੋਣਾ ਕਿ ਬਈ ਰਾਜਾ, ਅੱਗੋਂ ਤਾਂ ਰਾਜਾ ਗੁਰੂ ਬਣ ਜਾਣਾ, ਰਾਜਾ ਜੇ ਮੇਰੇ ਕੋਲ ਆਏਗਾ ਉਹ ਔਰਤ ਬਦਨਾਮ ਹੋਏਗੀ ਜਿਹੜੀ ਗਲਤ ਗੱਲਾਂ ਸੋਚ ਰਹੀ ਹੈ, ਮੇਰੇ ਕੋਲ ਆਏਗਾ ਰਾਜੇ ਦੀ ਬਦਨਾਮੀ ਹੋਏਗੀ। ਉਸਨੇ ਸਲਾਹ ਦਿੱਤੀ ਵੀ ਗੱਲ ਸੁਣ, ਉਹਨੂੰ ਕਹਿਣਾ ਸਾਧੂ ਦਾ ਭੇਸ ਧਾਰ ਕਰ ਲਓ, ਆਪਣੇ ਸੋਹਣੇ ਕੱਪੜੇ ਨਾਲ ਲੈ ਕੇ ਆਵੇ ਤੇ ਇੱਥੇ ਆ ਕੇ ਕੱਪੜੇ ਬਦਲ ਲਏਗਾ, ਰਾਹ ਦੇ ਲੋਕੀ ਕਹਿਣਗੇ ਕੋਈ ਸਾਧੂ ਜਾ ਰਿਹਾ ਹੈ। ਆਪਣੇ ਮਨ ਵਿੱਚ ਭਗਵਤੀ ਦਾ, ਹੁਣ ਫਿਰ ਹੋਰ ਰਾਜਾ ਭਗਵਤੀ ਦੇਵੀ ਦਾ ਸਿਮਰਨ ਕਰ ਰਿਹਾ। ਜਦੋਂ ਇਹ ਰਾਜੇ ਨੇ ਗੁਰੂ ਬਣ ਜਾਣਾ ਤੇ ਇਹਦਾ ਮਤਲਬ ਉਹ ਜਿਹੜਾ ਗੁਰੂ ਦੇਵੀ ਦਾ ਸਿਮਰਨ ਕਰਨੇ ਵਾਲਾ ਹੈ, ਇੱਕ ਤੀਰ ਨਾਲ ਕਈ ਸ਼ਿਕਾਰ ਹਨ, ਧਿਆਨ ਰੱਖਦੇ ਜਾਣਾ। ਉਹ ਸੌਣ ਵੇਲੇ ਉਸ ਵੱਲ ਚੱਲ ਪਿਆ ਅਤੇ ਫਿਰ ਵਾਪਸ ਨਾ ਮੁੜਿਆ, ਸਿੱਧਾ ਉਸ ਇਸਤਰੀ ਦੇ ਡੇਰੇ ਜਾ ਪਹੁੰਚਿਆ। ਇਸਤਰੀ ਨੇ ਉਸ ਨੂੰ ਵੇਖ ਕੇ ਆਪਣਾ ਸਰੂਪ ਸੰਵਾਰਿਆ, ਫੁੱਲ, ਪਾਨ ਅਤੇ ਸ਼ਰਾਬ ਮੰਗਵਾਈ। ਉਸਨੇ ਰਾਜੇ ਨੂੰ ਅੱਗੋਂ ਲਿਆ ਅਤੇ ਆਪਣੇ ਚਿੱਤ ਦਾ ਦੁੱਖ ਦੂਰ ਕਰ ਦਿੱਤਾ। ਦੁੱਖ ਦੂਰ ਕਰ ਦਿੱਤਾ, ਉਹਨੂੰ ਉਹ ਪ੍ਰਾਪਤ ਕਰਨਾ ਚਾਹੁੰਦੀ ਸੀ। ਉਹ ਭੁਲੇਵੇ ਨਾਲ ਉਸ ਨੂੰ ਉਸਨੇ ਬੁਲਾ ਲਿਆ, ਤੇ ਖੁਸ਼ ਤਾਂ ਹੋਣਾ ਹੀ ਹੈ ਕਿ ਮੇਰੇ ਮਨ ਦੀ ਮੁਰਾਦ ਪੂਰੀ ਹੋ ਰਹੀ ਹੈ। ਰਾਜੇ ਨੇ ਸਾਧ ਦੇ ਭੇਸ ਨੂੰ ਉਤਾਰ ਕੇ ਵੱਡਮੁੱਲੇ ਵਸਤਰ ਪਾ ਲਏ, ਘਰੋਂ ਨਾਲ ਇੱਕ ਬੈਗ ਵੀ ਲਿਆਇਆ। ਉਹ ਰਾਜਾ ਆਇਆ ਇਕੱਲਾ ਹੀ, ਕਿਉਂਕਿ ਉਸ ਇਸਤਰੀ ਨੇ ਕਿਹਾ ਹੋਣਾ ਵੀ ਇਹ ਕੰਮ ਜਿਹੜਾ ਸੀਕਰਟ ਟਾਈਪ ਹੈ, ਨਾਲ ਕੋਈ ਬੰਦਾ ਨਾ ਆਵੇ, ਇਕੱਲਾ ਹੀ ਆਵੇ। ਤੇ ਉਹ ਰਾਜਾ ਆਪਣੇ ਨਾਲ ਦੂਸਰੇ ਕੀਮਤੀ ਕੱਪੜੇ ਵੀ ਲੈ ਕੇ ਆਇਆ, ਕਿਉਂਕਿ ਸਾਧ ਦਾ ਭੇਸ ਤਾਂ ਰਾਹ ਦੇ ਵਿੱਚ ਹੀ ਬਣਾਉਣਾ ਸੀ ਨਾ, ਤਾਂ ਉੱਥੇ ਆ ਕੇ ਤਾਂ ਸੋਹਣਾ ਸਵਰ ਕੇ ਰਹਿਣਾ ਸੀ, ਸੋਹਣਾ ਬਣ ਕੇ ਰਹਿਣਾ ਸੀ। ਤੇ ਉਸਨੇ ਉਹ ਕੱਪੜੇ ਜਿਹੜੇ ਕੀਮਤੀ ਸੀ ਉਹ ਪਾ ਲਏ ਤੇ ਚੰਗੀ ਤਰ੍ਹਾਂ ਆਪਣੇ ਆਪ ਨੂੰ ਸਵਾਰ ਲਿਆ। ਤਦ ਉਸ ਨੂੰ ਇਸਤਰੀ ਨੇ ਇਸ ਤਰ੍ਹਾਂ ਕਿਹਾ ਕਿ ਹੁਣ ਤੂੰ ਮੇਰੇ ਨਾਲ ਸਰੀਰਕ ਸੰਬੰਧ ਬਣਾ। ਪਰ ਉਹ ਰਾਜਾ ਤਾਂ ਮੰਤਰ ਲੈਣ ਆਇਆ ਸੀ। ਉਹ ਬੜਾ ਹੈਰਾਨ ਹੋਇਆ ਵੀ ਇਹ ਕੀ ਗੱਲ ਬਣੀ, ਮੈਂ ਕਿਸ ਕੰਮ ਆਇਆ ਸੀ, ਮੰਤਰ ਲੈਣ ਆਇਆ ਸੀ, ਇਹ ਇਸਤਰੀ ਇਹੋ ਜਿਹੀ ਗੱਲ ਕਰ ਰਹੀ ਆ। ਉਹ ਬੜਾ ਹੈਰਾਨ ਹੋਇਆ। ਇਸਤਰੀ ਨੇ ਕਿਹਾ ਜੇ ਪੂਜਣ ਯੋਗ ਹੋ ਗਏ ਤਾਂ ਕੀ ਹੋ ਗਿਆ, ਭਾਵ ਉਸ ਨੂੰ ਮਿਹਣੇ ਮਾਰ ਰਹੀ ਆ ਵੀ ਜੇ ਤੁਸੀਂ ਵੱਡੇ ਹੋ ਗਏ, ਲੋਕੀ ਤੁਹਾਡੀ ਪੂਜਾ ਕਰਦੇ, ਰਾਜੇ ਦੀ ਪੂਜਾ ਨਹੀਂ ਕਰਦੇ, ਰਾਜੇ ਦਾ ਸਤਿਕਾਰ ਕਰਦੇ, ਰਾਜੇ ਨੂੰ ਸਲਾਮ ਕਰਦੇ ਆ। ਇਹ
ਕਹਾਣੀ ਨੂੰ ਕਿੱਧਰ ਨੂੰ ਮੋੜਾ ਦੇ ਰਿਹਾ ਧਿਆਨ ਰੱਖਦੇ ਜਾਣਾ। ਅਸੀਂ ਐਵੇਂ ਹੀ ਫਸੇ ਹਾਂ, ਪੂਰੀ ਤਰ੍ਹਾਂ ਜਾਲ ਵਿੱਚ ਐਵੇਂ ਫਸੇ ਹਾਂ, ਕਹਿੰਦੇ ਨਹੀਂ ਜੀ ਇਹ ਤਾਂ ਗੱਲ ਹੋਰ ਹੈ, ਇਹ ਤਾਂ ਗੱਲ ਹੋਰ ਹੈ, ਗੱਲ ਉਹ ਨਹੀਂ ਜੀ, ਇਹ ਤਾਂ ਉਹ ਨਹੀਂ ਜੀ। ਆ ਦੇਖੋ ਮੋੜ ਕੱਟ ਰਿਹਾ। ਇਸਤਰੀ ਨੇ ਕਿਹਾ ਜੇ ਪੂਜਣ ਯੋਗ ਹੋ ਗਏ ਤਾਂ ਕੀ ਹੋ ਗਿਆ, ਫਿਰ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਜੇ ਧਨਵਾਨ ਹੋ ਗਏ ਤਾਂ ਨਿਰਧਨਾਂ ਨੂੰ ਦੁੱਖ ਨਹੀਂ ਦੇਣਾ ਚਾਹੀਦਾ। ਜੇ ਰੂਪਵਾਨ ਹੋ ਗਏ ਤਾਂ ਕੀ ਹੋਇਆ, ਆਕੜਨਾ ਨਹੀਂ ਚਾਹੀਦਾ। ਧਨ ਅਤੇ ਜੋਬਨ ਨੂੰ 4 ਦਿਨਾਂ ਦਾ ਪ੍ਰਾਹੁਣਾ ਹੀ ਸਮਝਣਾ ਚਾਹੀਦਾ ਹੈ। ਰਾਜੇ ਨੇ ਕਿਹਾ ਧਰਮ ਕਰਮ ਕਰਨ ਨਾਲ ਸ਼ੁਭ ਜਨਮ ਪ੍ਰਾਪਤ ਹੁੰਦਾ ਹੈ ਅਤੇ ਧਰਮ ਤੋਂ ਹੀ ਰੂਪ ਦੀ ਪ੍ਰਾਪਤੀ ਹੁੰਦੀ ਹੈ। ਧਰਮ ਕਰਮ ਕਰਨ ਨਾਲ ਧਨ ਅਤੇ ਧਾਮ ਮਿਲਦੇ ਹਨ ਅਤੇ ਧਰਮ ਕਰਮ ਨਾਲ ਹੀ ਰਾਜ ਸ਼ੋਭਾਸ਼ਾਲੀ ਹੁੰਦਾ ਹੈ। ਮੈਂ ਤੇਰਾ ਕਿਹਾ ਮੰਨਾਂਗਾ ਤਾਂ ਮੈਂ ਨਰਕਾਂ ਵਿੱਚ ਜਾਵਾਂਗਾ। ਮੰਨ ਲਓ ਇਸ ਜਿਹੜਾ ਰਾਜਾ ਉਹਨੂੰ ਨਰਕ ਦਾ ਬਹੁਤ ਡਰ ਹੈ। ਤੇਰਾ ਕਿਹਾ ਮੰਨ ਕੇ ਮੈਂ ਤੇਰੇ ਨਾਲ ਇਹ ਗਲਤ ਕੰਮ ਕਰਾਂਗਾ ਤਾਂ ਮੇਰੀ ਕੁੱਲ ਕਲੰਕਿਤ ਹੋ ਜਾਵੇਗੀ। ਇਸ ਕਰਕੇ ਮੈਂ ਬਹੁਤ ਡਰਦਾ ਹਾਂ। ਮੈਂ ਆਪ ਵਿਆਹਿਆ ਹੋਇਆ ਹਾਂ। ਭਾਵ ਉਹ ਰਾਜਾ ਮੈਰਿਡ ਸੀ। ਠੀਕ ਹੈ। ਅੱਗੇ ਇਸਤਰੀ ਨੇ ਉੱਤਰ ਦਿੱਤਾ ਕਿ ਜੇਕਰ ਕੋਈ ਔਰਤ ਖਾਸ਼ ਲੈ ਕੇ ਕਿਸੇ ਮਰਦ ਕੋਲ ਆਉਂਦੀ ਹੈ ਤਾਂ ਇਹ ਮਰਦ ਨੂੰ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ। ਅਗਰ ਐਸਾ ਕਰੇਗਾ ਤਾਂ ਉਹ ਨਰਕਾਂ ਵਿੱਚ ਪਏਗਾ। ਇਹ ਔਰਤ ਉਸ ਨੂੰ ਸਮਝਾਉਣੀ ਦੇ ਰਹੀ ਹੈ ਕਿ ਭਾਈ ਤੂੰ ਮੇਰੇ ਨਾਲ ਮੇਰਾ ਕਹਿਣਾ ਮੰਨ ਜਾ। ਫਿਰ ਰਾਜਾ ਨਹੀਂ ਮੰਨ ਰਿਹਾ ਤੇ ਉਹ ਫਿਰ ਉਦਾਹਰਨਾਂ ਦੇ ਰਹੀ ਹੈ। ਫਿਰ ਕ੍ਰਿਸ਼ਨ ਨੇ ਇਸ ਤਰ੍ਹਾਂ ਰਾਧਾ ਨਾਲ ਪਿਆਰ ਕੀਤਾ, ਐਵੇਂ ਹੋਇਆ, ਇਹ ਸਭ ਚੱਲਦਾ ਸੰਸਾਰ ਦੇ ਵਿੱਚ, ਇਹ ਸਭ ਕੁਝ ਚੱਲਦਾ ਹੈ। ਇਸ ਕਰਕੇ ਤੂੰ ਐਵੇਂ ਬਹਾਨੇ ਨਾ ਬਣਾ ਤਾਂ ਮੇਰਾ ਕਹਿਣਾ ਮੰਨ ਜਾ। ਅੱਗੇ ਕੀ ਕਹਿ ਰਹੀ ਹੈ? ਰਾਜੇ ਨੇ ਕਿਹਾ ਹੇ ਬਾਲਾ ਮਨ ਵਿੱਚ ਧੀਰਜ ਧਰ। ਇਹ ਗਲਤ ਜਿਹੜਾ ਕੰਮ ਹੈ ਇਹ ਕਰਨਾ ਗਲਤ ਗੱਲ ਹੈ। ਤੂੰ ਮਹਾਰੁਦਰ ਦਾ ਧਿਆਨ ਧਰ ਤੇ ਇਸ ਤਰ੍ਹਾਂ ਕਰਕੇ ਤੇਰਾ ਮਨ ਜਿਹੜਾ ਟਿਕ ਜਾਵੇਗਾ। ਉਸ ਨੂੰ ਮਹਾਰੁਦਰ ਦਾ ਧਿਆਨ ਧਰਨ ਲਈ ਕਹਿ ਰਿਹਾ। ਤੇ ਤੇਰਾ ਕਿਹਾ ਮੰਨ ਕੇ ਜੇ ਮੈਂ ਇਹ ਗਲਤ ਕੰਮ ਕਰਾਂ ਤਾਂ ਫਿਰ ਪਤਾ ਕੀ ਹੁੰਦਾ, ਮੈਨੂੰ ਭਿਆਨਕ ਨਰਕ ਵਿੱਚ ਪੈਣਾ ਪਏਗਾ। ਰਾਜਾ ਵੈਸੇ ਤਾਂ ਭਾਵੇਂ ਗਲਤ ਕੰਮ ਕਰਨ ਲਈ ਮੰਨ ਜਾਂਦਾ, ਪਰ ਉਹਦੇ ਦਿਮਾਗ ਵਿੱਚ ਨਰਕ ਵਾਲਾ ਜਿਹੜੀ ਕੁੰਡੀ ਹੈ ਉਹ ਬਹੁਤ ਫਸੀ ਹੋਈ ਸੀ ਵੀ ਨਰਕ ਵਿੱਚ ਪਾਵਾਂਗਾ। ਇਸ ਕਰਕੇ ਮੈਂ ਡਰਦਾ ਹਾਂ। ਤੇਰੇ ਨਾਲ ਸੰਬੰਧ ਬਣਾਉਣ ਨਾਲ ਮੇਰਾ ਧਰਮ ਜਿਹੜਾ ਉਹ ਖਤਮ ਹੋ ਜਾਏਗਾ। ਇਸ ਕਰਕੇ ਮੈਂ ਤੇਰੇ ਨਾਲ ਇਹ ਕੰਮ ਔਰ ਸੰਸਾਰ ਵਿੱਚ ਮੇਰੀ ਬਦਨਾਮੀ ਹੋਏਗੀ। ਨਿੰਦਿਆ ਦੀ ਕਥਾ ਚੱਲ ਪੈਣ ਨਾਲ ਮੈਂ ਆਪਣਾ ਮੂੰਹ ਜਗਤ ਨੂੰ ਕਿਵੇਂ ਦਿਖਾਵਾਂਗਾ। ਧਰਮਰਾਜ ਦੀ ਸਭਾ ਵਿੱਚ ਸਵਾਲਾਂ ਦਾ ਉੱਤਰ ਕਿਸ ਤਰ੍ਹਾਂ ਦਿਆਂਗਾ। ਹੇ ਬਾਲਾ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਤੂੰ ਨਾ ਕਰ। ਉਸ ਬਾਲਾ ਦਾ, ਉਸ ਔਰਤ ਦਾ, ਉਸ ਅਮੀਰ ਘਰ ਦੀ ਔਰਤ ਦਾ ਨਾਂ ਕੀ ਸੀ ਉਹ ਵੀ ਇੱਥੇ ਲਿਖਿਆ ਹੋਇਆ, ਨੂਪ ਕੌਰ। ਉਹਦਾ ਨਾਂ ਨੂਪ ਕੌਰ, ਅੱਗੇ ਉਹਦੇ ਅਰਥ ਕੀਤੇ ਨੇ। ਉਸ ਔਰਤ ਦਾ ਨਾਂ ਨੂਪ ਕੌਰ ਸੀ। ਨੇ ਇਸ ਤਰ੍ਹਾਂ ਕਿਹਾ ਕਿ ਹੇ ਪ੍ਰਿਆ ਜੇ ਤੁਸੀਂ ਮੇਰੇ ਨਾਲ ਇਹ ਕੰਮ ਨਹੀਂ ਕਰੋਗੇ, ਸੰਬੰਧ ਨਹੀਂ ਬਣਾਓਗੇ ਤਾਂ ਫਿਰ ਲੋਕੀ ਤੁਹਾਡੀ ਸੰਬੰਧ ਬਣਾਓਗੇ ਤਾਂ ਕਿਸੇ ਨੂੰ ਕੀ ਪਤਾ ਲੱਗੂ। ਲੋਕੀ ਤੁਹਾਡੀ ਨਿੰਦਿਆ ਕਿੱਦਾਂ ਕਰਨਗੇ। ਇੱਥੇ ਤੁਸੀਂ ਆ ਤੇ ਮੈਂ ਆ। ਇਸ ਕਰਕੇ ਨਿੰਦਿਆ ਵਾਲੀ ਗੱਲ ਤੁਸੀਂ ਛੱਡ ਦਿਓ ਤੇ ਨਿੰਦਿਆ ਨਹੀਂ ਹੋਵੇਗੀ। ਅਗਰ ਹੋਵੇਗੀ ਤਾਂ ਤੁਸੀਂ ਬਹੁਤ ਵੱਡੇ ਆ। ਅੱਗੇ ਕਿਹਾ ਹੈ ਤਦ ਹੀ ਕੋਈ ਤੁਹਾਡੀ ਨਿੰਦਿਆ ਕਰੇਗਾ ਜਦ ਉਸ ਨੂੰ ਭੇਦ ਪਤਾ ਲੱਗੇਗਾ। ਜੇ ਕੋਈ ਗੱਲ ਜਾਣ ਵੀ ਲਏਗਾ ਤਾਂ ਤੁਹਾਡੇ ਡਰ ਦੇ ਮਾਰੇ ਚੁੱਪ ਹੀ ਰਹੇਗਾ। ਹੇ ਮਿੱਤਰ ਅੱਜ ਤੁਸੀਂ ਮੇਰੇ ਨਾਲ ਸੰਬੰਧ ਬਣਾਓ। ਜੇ ਨਹੀਂ ਬਣਾਉਣੇ ਈਨ ਮੰਨ ਲਓ, ਮੇਰੀ ਲੱਤ ਦੇ ਥੱਲਿਓਂ ਦੀ ਨਿਕਲ ਕੇ ਜਾਓ। ਇਹ ਉਸ ਨੂੰ ਤਾਨੇ ਮਿਹਣੇ ਮਾਰ ਕੇ ਇਹ ਜੇ ਨੂਪ ਕੌਰ ਹੈ ਉਹ ਉਹਨਾਂ ਨੂੰ ਸਮਝਾ ਰਹੀ ਹੈ ਕਿ ਤੁਸੀਂ ਮੇਰੇ ਨਾਲ ਸੰਬੰਧ ਬਣਾਓ। ਇਹ ਚਰਿੱਤਰ ਹੈ ਜੀ, ਇਹ ਸਾਡਾ ਧਰਮ ਹੈ। ਉਹ ਧਰਮ ਵੀ ਕਿਹਦੇ ਨਾਲ ਚਰਿੱਤਰ ਹੋ ਰਿਹਾ? ਰਾਜਾ। ਕਿਹੜਾ ਰਾਜਾ? ਜਿਹੜਾ ਗੁਰੂ ਵੀ ਹੈ। ਕਿੱਥੋਂ ਦਾ? ਆਨੰਦਪੁਰ ਦਾ।
राजा गुरु आनंदपुर दा। अगे तुसीं देखते जाओ। राजे ने उत्तर दिता कि मैं तेरी लत्त थल्लों तां निकलां जे मैं कुछ करन जोगा ना होवां। मैं तो सिर्फ धर्म जाण तो डरदा, होर कोई गल नहीं। मैं धर्म दा बन्निया होया हाँ, नहीं तो तू ये किहड़ी गल कीती मेरी लत्त थल्लों निकल जा। मतलब किहो जी शब्दावली। हाले मैं तुहानूं सारा नहीं दस रहा जिवें लिखिया होया, मैं गोल मटोल दस रहा। जे सारा दसांगा मैं दस ही नहीं सकना, वो मैं मेरे मूँह चों शब्द निकल नहीं सकते, इतना गंदा है। मैं सिर्फ गोलमाल गल्लां कर रहा। वो इशारा समझो भी औरत आदमी नूं की कह रही है। मैं तो धर्म जान तो डरदा, एक अपजस तो डरदा। अगों फिर इस्त्री की कहती है, तुसी अनेकां यतन कर लवो पर अज मैं तुहानूं नहीं छड्डांगी, जो मर्जी कर लो। अगों फिर की है, पहलां तां मैनूं वो राजा की कह रहा, पहलां तां मैनूं परमात्मा ने छतरी कुल विच जन्म दिता है। देखो हर चीज़ की घुंडी मेल रहे ने। छतरी कौन सी? खतरी धर्म विच कौन पैदा होया सी? किहदी जात खतरी सी? पहलां तां मैनूं छतरी कुल विच जन्म दिता है, फिर साडी कुल नूं जगत विच बहुत माण दिवाया है, फिर सारियां विच बैठ के मैं पूजण जोग अखवाउंदा हाँ। राजा पूजण जोग नहीं हुंदा। पूजण जोग धार्मिक व्यक्ति होया करते ने, गुरु होया करते ने। फिर सारी मैं पूजण जोग अखवाउंदा हाँ, जे मैं तेरे नाल ये काम करांगा तां नीच कुल विच जन्म पावांगा। वो राजा सिर्फ इसलिए डरदा सी कि एक तो अपयस होएगा, दूसरा धर्मराज की कचहरी में मैं की जवाब देवांगा, तीसरा मैं जिहड़ा है नीच कुल विच मेरा जन्म होवेगा। इस्त्री ने कहा, जन्म की गल किहड़ी है? ये सब जन्म तुहाडे ही बनाए होए हन। फिर इशारा समझो, जन्म रब दे बनाए होए नहीं हुंदे। सॉरी, जन्म जिहड़े राजे दे बनाए होए नहीं हुंदे। ये किहनां नूं कहा जांदा भी जन्म मरण तुहाडे हत्थ विच है? जिहड़ा कोई धार्मिक आगू होवे, जिस नूं गुरु लोकी रब करके मनदे होण, उसनूं कहा जांदा है कि वो सब कुछ तुहाडे हत्थ वासी है। जिवें कृष्ण महाराज कहंदे कि सारी कला मैं ही वरताई हुई है, इवें इस राजे नूं वो इस्त्री कह रही है भी जन्म की किहड़ी गल है? जन्म की की गल है? ये सब जन्म तुहाडे ही बनाए हुए हन। जे तुसी अज मेरे नाल संबंध नहीं बनाउंदे तां मैं अपनी बदकिस्मती समझांगी ते मैं वियोग की अग विच सड़ के मर जावांगी, मैं जहर खा लवांगी। राजा इस गल्लों डर गया कि जे मैनू ये श्री भगवती की सौं आण देवे तां मजबूरी बस संग त्याग के, मतलब शर्म त्याग के इस नाल मैनू गलत काम करना। राजा जिहड़ा है वो भगवती माता तो बहुत डरदा है। फिर जे इस इस्त्री ने मैनू ओदी सौं पा दित्ती, फिर मैनू ये काम करना पैना, गलत काम करना पैना है। हुण जे मैं इत्थों भजदा तां भी औखा है, ते जे मैं ये काम करदा तां भी औखा। राजे ने कहा, नरक विच पैण तो डरदा होया मैं तेरे नाल संबंध नहीं बना सकदा। भावें तेरे जां मेरे तन विच ये काम जिन्ना मर्जी वध जावे। इहदा मतलब राजे दे विच भी काम बहुत वधिया होया सी। वो डरदा सी कि नीच जात विच जन्म होण दा, वो डरदा सी कि अपजस होएगा, वो डरदा सी धर्मराज दी कचहरी विच मैं की जवाब देवांगा। अदरवाइज नहीं तां हालत उसदी भी खराब सी।
ਇਸਤਰੀ ਨੇ ਕਿਹਾ, ਪਰਮਾਤਮਾ ਨੇ ਤੁਹਾਨੂੰ ਜਵਾਨ ਬਣਾਇਆ ਹੈ ਅਤੇ ਮੇਰੀ ਵੀ ਦੇਹ ਜਵਾਨ ਹੈ। ਤੁਹਾਡੇ ਸਰੀਰ ਨੂੰ ਵੇਖ ਕੇ ਅੱਜ ਮੈਂ ਬੇਬਸ ਹੋ ਗਈ ਹਾਂ। ਇਸ ਕਰਕੇ ਸਾਰੀ ਸੰਗ ਸ਼ਰਮ ਲਾ ਦਿਓ ਅਤੇ ਜੋ ਮੈਂ ਕਹਿੰਦੀ ਹਾਂ ਉਹ ਕਰੋ। ਇਹ ਨਾ ਕਰੋਗੇ ਤਾਂ ਹੁਣ ਇਸਤਰੀ ਡਰ ਪਾ ਰਹੀ ਹੈ, ਫਿਰ ਤੁਸੀਂ ਨਰਕਾਂ ਨੂੰ ਜਾਓਗੇ। ਰਾਜੇ ਨੇ ਕਿਹਾ, ਜੋ ਨੌਜਵਾਨ ਇਸਤਰੀ ਮੈਨੂੰ ਪੂਜਣ ਯੋਗ ਜਾਣ ਕੇ ਮੇਰੇ ਵੱਲ ਆਉਂਦੀ ਹੈ, ਉਹ ਇਸਤਰੀ ਉਸ ਗੁਰੂ ਦੀ ਧੀ ਦੇ ਸਮਾਨ ਲੱਗਦੀ ਹੈ। ਹੁਣ ਰਾਜੇ ਦੇ ਮੁਖ ਵਿੱਚੋਂ ਕਵੀ ਕਢਵਾ ਰਿਹਾ ਹੈ ਕਿ ਰਾਜਾ ਕਹਿੰਦਾ ਮੈਂ ਗੁਰੂ ਹਾਂ। ਉਹ ਇਸਤਰੀ ਉਸ ਗੁਰੂ ਦੀ ਧੀ ਦੇ ਸਮਾਨ ਲੱਗਦੀ ਹੈ। ਉਹ ਰਾਜਾ ਹੁਣ ਗੁਰੂ ਬਣ ਗਿਆ। ਰਾਜਾ ਕਿੱਥੋਂ ਦਾ? ਅਨੰਦਪੁਰ ਦਾ। ਹੁਣ ਗੁਰੂ ਵੀ ਅਨੰਦਪੁਰ ਦਾ। ਅਨੰਦਪੁਰ ਵਿੱਚ ਸਾਹਿਬ ਨਹੀਂ ਲਿਖਿਆ। ਅਨੰਦਪੁਰ ਵਿੱਚ ਗੁਰੂ ਕਿੰਨੇ ਸਨ, ਕੌਣ ਸੀ, ਕਿਹਦੇ ਬਾਰੇ ਇਹ ਕਵੀ ਇਸ਼ਾਰਾ ਕਰ ਰਿਹਾ? ਇਹ ਥੋੜ੍ਹਾ ਜਿਹਾ ਸਿੱਖੋ, ਸਮਝ ਜਾਓ। ਕਹਿ ਦਿਓ ਸਾਡਾ ਇਸ ਗ੍ਰੰਥ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸਤਰੀ ਨਾਲ ਪ੍ਰੇਮ ਕਰਨ ਦੀ ਕੀ ਗੱਲ ਹੈ, ਕਿਉਂਕਿ ਇਹ ਕਦੇ ਵੀ ਪ੍ਰੇਮ ਨੂੰ ਓੜਕ ਤੱਕ ਨਹੀਂ ਨਿਭਾਉਂਦੀ। ਇਹ ਰਾਜਾ ਕਹਿ ਰਿਹਾ, ਇਹ ਗੁਰੂ ਕਹਿ ਰਿਹਾ ਕਿ ਇਸਤਰੀ ਨਾਲ ਇਹ ਗੁਰੂ ਨਾਨਕ ਤਾਂ ਕਹਿ ਰਿਹਾ ਸੀ, ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ। ਇਸ ਕਵੀ ਨੇ ਕੀ ਕਹਿ ਰਿਹਾ ਕਿ ਇਹ ਜਿਹੜਾ ਰਾਜਾ, ਇਹ ਜਿਹੜਾ ਗੁਰੂ ਹੈ, ਇਹ ਕਹਿ ਰਿਹਾ ਕਿ ਇਸਤਰੀ 'ਤੇ ਤਾਂ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ। ਇਸਤਰੀ ਨਾਲ ਪ੍ਰੇਮ ਕਰਨ ਦੀ ਕੀ ਗੱਲ ਹੈ, ਕਿਉਂਕਿ ਉਹ ਕਦੇ ਵੀ ਪ੍ਰੇਮ ਨੂੰ ਓੜਕ ਤੱਕ ਨਹੀਂ ਨਿਭਾਉਂਦੀ। ਇੱਕ ਮਰਦ ਨੂੰ ਛੱਡ ਕੇ ਹੋਰ ਸੁੰਦਰ ਮਰਦ ਨੂੰ ਚਾਹੁਣ ਲੱਗਦੀ ਹੈ। ਅੱਗੇ ਜਿਹੜੀ ਲਾਈਨ ਲਿਖੀ ਹੈ ਉਹ ਮੈਂ ਨਹੀਂ ਪੜ੍ਹ ਸਕਦਾ। ਉਹ 39 ਨੰਬਰ ਛੰਤ ਹੈ, ਕਿਸੇ ਨੇ ਪੜ੍ਹਨੀ ਹੋਏ ਤੇ ਪੜ੍ਹ ਸਕਦੇ ਹਾਂ। ਅਰਥਾਂ ਵਾਲਾ ਜਿਹੜਾ ਗ੍ਰੰਥ ਹੈ ਉਹਦੇ 1118 ਪੰਨੇ 'ਤੇ ਹੈ। ਰਤਨ ਸਿੰਘ ਜੱਗੀ ਦਾ ਲਿਖਿਆ ਹੋਇਆ ਇਹ ਗ੍ਰੰਥ ਹੈ, ਅਰਥ ਕੀਤੇ ਹੋਏ ਨੇ। 1118 ਪੰਨੇ ਉੱਤੇ ਇਹ ਲਿਖਿਆ ਹੋਇਆ ਹੈ। ਇਹ ਬਹੁਤ ਹੀ ਗੰਦਾ ਹੈ, ਮੈਂ ਨਹੀਂ ਪੜ੍ਹ ਸਕਦਾ। ਮੈਂ ਬਾਕੀ ਵੀ ਗੰਦਾ ਵਿੱਚੋਂ ਛੱਡ ਕੇ ਪੜ੍ਹ ਰਿਹਾ, ਪਰ ਇਹ ਜ਼ਿਆਦਾ ਹੀ ਗੰਦਾ, ਇੱਥੋਂ ਮੈਂ ਟਪਲਾ ਹੀ ਮਾਰ ਰਿਹਾ, ਕਿਉਂਕਿ ਇਹ ਨਹੀਂ ਕਿਹਾ ਜਾ ਸਕਦਾ। ਕੀ ਕਰਾਂ, ਕਿਵੇਂ ਬਚਾਂ? ਹੁਣ ਉਹ ਰਾਜਾ ਜਾਂ ਗੁਰੂ, ਉਹ ਰਾਜਾ ਵੀ ਹੈ, ਗੁਰੂ ਵੀ ਹੈ। ਉਹਦੇ ਚਰਨਾਂ 'ਤੇ ਲੋਕੀ ਪੂਜਾ ਕਰਨ ਆਉਂਦੇ ਨੇ, ਮੱਥਾ ਟੇਕਦੇ ਨੇ, ਉੱਥੋਂ ਵਰ ਪ੍ਰਾਪਤ ਕਰਨ ਆਉਂਦੇ ਨੇ। ਉਹ ਬੇਵਸ ਹੋਇਆ ਪਿਆ। ਪਹਿਲੀ ਗੱਲ ਤਾਂ ਇਹੋ ਜਿਹੇ ਕਿਹੋ ਜਿਹਾ ਗੁਰੂ ਹੋਊ ਜਿਹਨੂੰ ਕਿਸੇ ਔਰਤ ਤੋਂ ਮੰਤਰ ਸਿੱਖਣ ਦੀ ਲੋੜ ਪੈ ਗਈ? ਕਮਾਲ ਨਹੀਂ। ਗੁਰੂ ਤਾਂ ਲੋਕਾਂ ਨੂੰ ਗਿਆਨ ਬਖਸ਼ਦਾ, ਲੋਕਾਂ ਦੀਆਂ ਉਲਝਣਾਂ ਨੂੰ ਸੁਲਝਾਉਂਦਾ। ਇਹ ਗੁਰੂ ਨੂੰ ਕਿਹੜੇ ਚੱਕਰ ਵਿੱਚ ਪਾ ਦਿੱਤਾ ਇਸ ਲਿਖਾਰੀ ਨੇ, ਇਸ ਗ੍ਰੰਥ ਦੇ ਕਰਤਾ ਨੇ? ਕੀ ਕਰਾਂ, ਕਿਵੇਂ ਬਚਾਂ? ਮਨ ਵਿੱਚ ਸ਼ਾਂਤੀ ਪੈਦਾ ਨਹੀਂ ਹੁੰਦੀ। ਮੈਂ ਤੈਨੂੰ ਮਾਰ ਕੇ ਕਿਵੇਂ ਜੀਵਾਂ? ਤੇਰੇ ਬੋਲ ਪ੍ਰੇਮ ਨਾਲ ਭਿੰਨੇ ਹੋਇਆ। ਕਹਿੰਦਾ ਮੈਂ ਤੈਨੂੰ ਮਾਰਾਂ ਵੀ ਕਿੱਦਾਂ? ਤੇਰੇ ਬੋਲ ਜਿਹੜੇ ਆ ਬੜੇ ਪ੍ਰੇਮ ਵਿੱਚ ਭਿੱਜੇ ਹੋਏ ਨੇ। ਰਾਜੇ ਨੇ ਮਨ ਵਿੱਚ ਇਸ ਤਰ੍ਹਾਂ ਵਿਚਾਰ ਕੀਤਾ, ਇੱਥੇ ਮੇਰਾ ਕੋਈ ਸਿੱਖ ਵੀ ਨਹੀਂ ਹੈ। ਆਹ ਦੇਖ ਲਓ, ਇਹ ਕੱਲ੍ਹ ਨੂੰ ਉਜਾਗਰ ਹੋਣਾ। ਤੁਸੀਂ ਹੱਥਾਂ 'ਤੇ ਸਿੱਖੋ, ਦੰਦੀਆਂ ਵੱਢਣੀਆਂ। ਜਦੋਂ ਉਹਨਾਂ ਨੇ ਇਹਦੇ ਅਰਥ ਸਿੱਧੇ ਕਰਨੇ, ਮੈਂ ਤਾਂ ਲੁਕ ਕੇ ਬੜਾ ਔਖਾ ਹੋ ਕੇ ਬਚ ਕੇ ਕਰ ਰਿਹਾ। ਉਹਨੇ ਸਿੱਧਾ ਹੀ ਪੁੱਛਣਾ ਵੀ ਆਨੰਦਪੁਰ ਗੁਰੂ ਕੌਣ ਸੀ। ਉਹਨੇ ਸਿੱਧਾ ਨਾਂ ਲੈ ਕੇ ਗੱਲ ਕਰਨੀ ਹੈ। ਫਿਰ ਕੀ ਕਰੋਗੇ? ਮੰਨ ਲਓ ਹਰ ਚੀਜ਼ ਬੜੀ ਸਪਸ਼ਟ ਕੀਤੀ ਹੋਈ ਹੈ। ਇੱਥੇ ਰਾਜੇ ਦਾ ਸਿੱਖ ਨਹੀਂ ਹੁੰਦਾ, ਰਾਜੇ ਦਾ ਜਵਾਨ ਹੁੰਦਾ, ਰਾਜੇ ਦਾ ਸੇਵਕ ਹੁੰਦਾ, ਰਾਜੇ ਦਾ ਦਾਸ ਹੁੰਦਾ। ਰਾਜੇ ਦਾ ਸਿੱਖ ਨਹੀਂ ਹੁੰਦਾ, ਸਿੱਖ ਗੁਰੂ ਦਾ ਹੁੰਦਾ। ਔਰ ਇਹ ਰਾਜਾ ਕਹਿ ਰਿਹਾ ਇੱਥੇ ਮੇਰਾ ਕੋਈ ਸਿੱਖ ਵੀ ਨਹੀਂ ਹੈ। ਇਸ ਨਾਲ ਰਮਣ ਕਰਨ 'ਤੇ ਮੇਰਾ ਧਰਮ ਜਾਂਦਾ ਹੈ। ਸਿੱਖ ਇਸ ਲਈ ਚਾਹੀਦਾ ਸੀ ਕਿ ਹੈਲਪ ਲਈ, ਮਦਦ ਲਈ। ਇਹਨੂੰ ਡਰਾ ਕੇ ਇੱਥੋਂ ਭੱਜ ਜਾਈਏ। ਵੀ ਕੋਈ ਬੰਦੇ ਦੋ ਚਾਰ ਮੇਰੇ ਹੁੰਦੇ ਤਾਂ ਦਬਕਾ ਮਾਰ ਕੇ ਭੱਜ ਜਾਂਦੇ ਉੱਥੋਂ। ਹੁਣ ਜੇ ਮੈਂ ਇਕੱਲਾ ਭੱਜਦਾ ਤਾਂ ਰੌਲਾ ਪਾ ਦੂ, ਮੈਂ ਫਸ ਜਾਊਂ। ਅਤੇ ਇੱਥੇ ਮੇਰਾ ਕੋਈ ਸਿੱਖ ਵੀ ਨਹੀਂ ਹੈ। ਇਸ ਨਾਲ ਮੈਂ ਸੰਬੰਧ ਬਣਾਵਾਂਗਾ ਤਾਂ ਮੇਰਾ ਧਰਮ ਜਾਂਦਾ ਹੈ। ਭੱਜਦਾ ਹਾਂ ਤਾਂ ਇਹ ਇਸਤਰੀ ਮੈਨੂੰ ਪਕੜਾ ਦੇਵੇਗੀ।
ਇਸ ਲਈ ਇਸ ਦੀ ਉਸਤਤ ਕਰਾਂ ਅਤੇ ਇਸ ਨਾਲ ਚਰਿੱਤਰ ਖੇਡ ਕੇ ਇਸ ਤੋਂ ਪਿੱਛਾ ਛੁਡਾਵਾਂ। ਇਸ ਨਾਲ ਸੰਬੰਧ ਬਣਾਉਣ ਦਾ ਸੰਬੰਧ ਇਹ ਮਤਲਬ ਇਹ ਹੈ, ਜਿਉਂਦੇ ਜੇ ਮੈਂ ਨਹੀਂ ਸੰਬੰਧ ਬਣਾਉਂਦਾ ਤਾਂ ਮੈਨੂੰ ਜਿਉਂਦੇ ਨੂੰ ਮਾਰ ਦੇਵੇਗੀ। ਕੌਣ ਅਜਿਹਾ ਸਿੱਖ ਹੋਵੇ ਜੋ ਮੈਨੂੰ ਆ ਕੇ ਬਚਾ ਲੈ। ਫਿਰ ਸਿੱਖ ਹੋਵੇ, ਕੋਈ ਸਿੱਖ ਹੋਵੇ ਮੈਨੂੰ ਆ ਕੇ ਬਚਾ ਲੈ। ਸਿੱਖ ਕਿਹਦਾ? ਗੁਰੂ ਦਾ। ਮੇਰਾ ਸਿੱਖ ਹੋਵੇ ਮਤਲਬ ਇਹੀ ਗੁਰੂ ਹੈ। ਪਹਿਲਾਂ ਗੁਰੂ ਕਹਿ ਵੀ ਚੁੱਕੇ ਨੇ, ਸਿੱਖ ਹੋਵੇ ਤਾਂ ਬਚਾ ਲੈ। ਹੇ ਇਸਤਰੀ, ਹੁਣ ਇਹ ਉਲਟੇ ਪਾਸੇ ਨੂੰ ਇਸਤਰੀ ਦੀ ਉਸਤਤ ਕਰਨ ਲੱਗਾ ਰਾਜਾ। ਹੇ ਇਸਤਰੀ, ਤੇਰਾ ਰੂਪ ਧਨ ਹੈ ਅਤੇ ਤੇਰੇ ਮਾਤਾ ਪਿਤਾ ਧਨ ਹਨ। ਤੇਰਾ ਦੇਸ਼ ਧਨ ਹੈ ਅਤੇ ਤੈਨੂੰ ਪਾਲਣ ਵਾਲਾ ਵੀ ਧਨ ਹੈ। ਹੇ ਨੌਜਵਾਨ ਇਸਤਰੀ, ਤੇਰਾ ਮੁਖੜਾ ਧਨ ਹੈ, ਜਿਸ ਉੱਤੇ ਬਹੁਤ ਛਵੀ ਛਾਈ ਹੋਈ ਹੈ, ਜਿਸ ਨੂੰ ਵੇਖ ਕੇ ਕਮਲ, ਸੂਰਜ, ਚੰਦਰਮਾ ਅਤੇ ਕਾਮਦੇਵ ਦੀ ਸੁੰਦਰਤਾ ਦਾ ਹੰਕਾਰ ਦੂਰ ਹੋ ਜਾਂਦਾ ਹੈ। ਅੱਗੇ ਫਿਰ ਉਹਦੀ ਉਸਤਤ ਕੀਤੀ ਹੋਈ ਹੈ। ਅੱਗੇ ਇਸਤਰੀ ਕੀ ਕਹਿੰਦੀ ਹੈ? ਪ੍ਰੀਤਮ ਨੂੰ ਗਲ ਬੱਕੜੀ ਵਿੱਚ ਲੈ ਕੇ ਮੈਂ ਇਹ ਕਰਾਂ ਉਹ ਕਰਾਂ, ਸਾਰਾ ਮਤਲਬ ਗਲਤ ਗੱਲਾਂ ਲਿਖੀਆਂ ਹੋਈਆਂ ਹਨ। ਅਤੇ ਅੱਗੇ ਫਿਰ ਸਾਰਾ ਜਿਹਾ ਅੱਗੇ ਇਹ ਕਹਿ ਰਿਹਾ ਕਿ ਬਹੁਤ ਲਾਜ ਲੱਗਦੀ ਹੈ, ਇਸ ਲਈ ਚਿੱਤ ਵਿੱਚ ਵਿਚਾਰ ਕਰਦੀ ਹਾਂ ਕਿ ਹੇ ਸਖੀ, ਇਸ ਜਾਗਣ ਨਾਲੋਂ ਤਾਂ ਮਤਲਬ ਉਹ ਜੋ ਰਾਜਾ ਕਹਿ ਰਿਹਾ ਕਿ ਜੇ ਮੈਂ ਗਲਤ ਕੰਮ ਕਰਦਾ ਅਤੇ ਮੇਰਾ ਫਿਰ ਜਿਹੜਾ ਧਰਮ ਜਾਂਦਾ ਰਹਿੰਦਾ, ਇੱਜ਼ਤ ਨੂੰ ਦਾਗ ਲੱਗਦੀ ਹੈ। ਫਿਰ ਉਸ ਇਸਤਰੀ ਨੇ ਰਾਜੇ ਨੂੰ ਇਹ ਬੋਲ ਕਹਿ ਕੇ ਸੁਣਾਏ, ਮੈਂ ਅੱਜ ਤੇਰੇ ਨਾਲ ਕਰਾਂਗੀ, ਸੰਬੰਧ ਬਣਾਵਾਂਗੀ, ਨਹੀਂ ਤਾਂ ਜ਼ਹਿਰ ਖਾ ਕੇ ਮਰ ਜਾਵਾਂਗੀ। ਅੱਗੋਂ ਕੀ ਹੈ? ਰਾਜੇ ਨੇ ਕਿਹਾ, ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ। ਹੁਣ ਆਹ ਜਿਹੜੀ ਗੱਲ ਤੁਹਾਨੂੰ ਮੈਂ ਦੱਸਣ ਲੱਗਾ ਨਾ, ਅਸੀਂ ਸਿੱਖ ਆਪਣੇ ਗਲ ਵਿੱਚ ਫਾਹੀ ਪਾ ਕੇ ਆਪ ਹੀ ਉਸ ਨੂੰ ਉੱਪਰ ਬੰਨ੍ਹ ਕੇ ਮਰਨ ਲਈ ਆਪਣਾ ਰਾਸਤਾ ਤਿਆਰ ਕਰ ਰਹੇ ਹਾਂ। ਕਿਉਂਕਿ ਆਹ ਜਿਹੜਾ ਸ਼ਬਦ ਮੈਂ ਹੁਣ ਬੋਲਣ ਲੱਗਾ, ਇਹ ਸ਼ਬਦ ਜਦੋਂ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ, ਉਦੋਂ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਇਹ ਗੁਰੂ ਦਾ ਉਪਦੇਸ਼ ਹੈ। ਇਹ ਚਰਿੱਤਰ ਨੰਬਰ 21 ਵਿੱਚੋਂ ਹੈ। ਜੇ ਇਹ ਗੱਲ ਗੁਰੂ ਦਾ ਉਪਦੇਸ਼ ਹੈ ਤਾਂ ਸਾਰਾ 21 ਨੰਬਰ ਚਰਿੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਗਲ ਅਸੀਂ ਪਾ ਰਹੇ ਹਾਂ। ਸਾਨੂੰ ਕਹਿਣਾ ਪਏਗਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਵਚਨ ਨਹੀਂ ਹਨ। ਅੱਜ ਤੋਂ ਬਾਅਦ ਅਸੀਂ ਇਹਨਾਂ ਨੂੰ ਕਦੀ ਨਹੀਂ ਬੋਲਾਂਗੇ। ਪਰ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਹੈ, ਇਹ ਸਿੱਖਿਆ ਦਿੱਤੀ ਜਾਂਦੀ ਹੈ। ਅਗਲੇ ਨੇ ਚੰਗੀ ਤਰ੍ਹਾਂ ਸਾਡੇ ਗਲ 'ਚ ਘੁੱਟ ਕੇ ਰੱਸੀ ਬੰਨ੍ਹ ਕੇ ਲਟਕਾ ਦਿੱਤਾ ਹੈ। ਰਸਤਾ ਕੋਈ ਨਹੀਂ। ਆਓ ਵਚਨ ਸੁਣ ਲਓ। ਰਾਜੇ ਨੇ ਕਿਹਾ, ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ, ਤਦੋਂ ਤੋਂ ਮੇਰੇ ਗੁਰੂ ਨੇ ਉਪਦੇਸ਼ ਦਿੱਤਾ ਹੈ। ਹੇ ਪੁੱਤਰ, ਤੇਰੀ ਇਹੀ ਪ੍ਰਤਿਗਿਆ ਹੋਵੇ ਕਿ ਜਦ ਤੱਕ ਤੇਰੇ ਸਰੀਰ ਵਿੱਚ ਪ੍ਰਾਣ ਹਨ, ਤਦ ਤੱਕ ਤੂੰ ਆਪਣੀ ਇਸਤਰੀ ਨਾਲ ਨਿਤ ਪ੍ਰੇਮ ਨੂੰ ਵਧਾਉਂਦਾ ਰਹਿ ਅਤੇ ਪਰਾਈ ਇਸਤਰੀ ਦੀ ਸੇਜ ਉੱਤੇ ਸੁਪਨੇ ਵਿੱਚ ਵੀ ਨਾ ਜਾਈਂ। ਮੈਂ ਹੁਣ ਤੁਹਾਨੂੰ ਅਸਲੀ ਇਬਾਰਤ ਇਸ ਦੀ ਸੁਣਾ ਦੇਵਾਂ, ਕਿਉਂਕਿ ਉਹ ਸਾਨੂੰ ਪਤਾ ਹੋਣੀ ਚਾਹੀਦੀ ਹੈ। ਸੁਧ ਜਬ ਤੇ ਹਮ ਧਰੀ, ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰਾਣ ਤੋਹੇ, ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸਾਥ नेहु तुम ਨਿਤ ਵਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨਾ ਜਈਓ। ਇਹ ਜਿਹੜਾ ਸ਼ੰਤ ਹੈ, ਇਹ ਸਾਨੂੰ ਹਰ ਵੇਲੇ ਜਦੋਂ ਅੰਮ੍ਰਿਤ ਸੰਚਾਰ ਕੀਤਾ ਜਾਂਦਾ, ਉਦੋਂ ਪੜ੍ਹ ਕੇ ਪੰਜ ਪਿਆਰੇ ਸੁਣਾਉਂਦੇ ਨੇ। ਭਾਈ ਜੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ ਤਾਂ ਆਹ ਸਾਰਾ ਚਰਿੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਸਿੱਖੋ। ਤੁਸੀਂ ਆਪ ਮੜ ਰਹੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਕਿਸੇ ਔਰਤ ਕੋਲ ਅੱਧੀ ਰਾਤ ਨੂੰ ਇਕੱਲੇ ਮੰਤਰ ਲੈਣ ਗਏ, ਔਰ ਜਿੰਨੀਆਂ ਗੱਲਾਂ ਇਹ 'ਚ ਲਿਖੀਆਂ ਹੋਈਆਂ
ਉਹ ਸਾਰੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀਆਂ ਹਨ। ਮੈਂ ਬੇਨਤੀ ਕਰ ਦੇਵਾਂ, ਮੈਨੂੰ ਪਤਾ ਸਾਡੇ ਸਤਿਗੁਰਾਂ ਨੇ ਇਹਦੇ 404 ਚਰਿੱਤਰਾਂ ਵਿੱਚੋਂ ਕੋਈ ਨਾ ਇੱਕ ਚਰਿੱਤਰ ਲਿਖਿਆ, ਨਾ ਕਿਸੇ ਚਰਿੱਤਰ ਦਾ ਉਲਥਾ ਕੀਤਾ, ਨਾ ਇਹਨਾਂ ਚਰਿੱਤਰਾਂ ਨਾਲ ਸਿੱਖ ਧਰਮ ਦਾ ਕੋਈ ਲੈਣਾ ਦੇਣਾ ਹੈ। ਵਾਰ-ਵਾਰ ਕਹਿ ਰਿਹਾ, ਬਚ ਜਾਓ ਸਿੱਖੋ, ਜਾਗ ਪਾਓ। ਜਿਹੜੇ ਚੁੱਪਚਾਪ ਸਟੇਜਾਂ ਤੋਂ ਸੁਣ ਕੇ ਔਰ ਉਹਨਾਂ ਨੇ ਜਿਨ੍ਹਾਂ ਨੇ ਰੋਟੀਆਂ ਕਾਰਨ ਪੂਰੇ ਤਾਲ ਕੀਤੇ ਕਥਾ ਕਰਨੀਆਂ, ਉਹਨਾਂ ਦੀਆਂ ਕਥਾ ਕਹਾਣੀਆਂ ਗੱਲਾਂ ਸੁਣ ਕੇ ਤੁਸੀਂ 75 ਨਾਟਕ ਦੇ ਉੱਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡੀ ਜਾਂਦੇ ਹੋ। ਉਹ ਭਈਓ ਜਾਗ ਜਾਓ, ਜਾਗ ਜਾਓ ਜੇ ਸਿੱਖ ਬਣੇ ਰਹਿਣਾ, ਨਹੀਂ ਤਾਂ ਸਾਡੇ ਹੱਥ ਪੱਲੇ ਕੁਝ ਨਹੀਂ ਜੇ ਲੱਗਣਾ। ਇਹ ਗੱਲ ਜਿਹੜੀ ਹੈ ਇਹ ਪੱਥਰ 'ਤੇ ਲਕੀਰ ਹੈ। ਅੱਗੋਂ ਸਾਰੀ ਗੱਲ ਅੱਗੇ ਫਿਰ ਲਿਖੀ ਹੈ ਉਹਨਾਂ ਨੇ ਸਾਰੇ। ਇਹ ਜਿਹੜਾ ਰਾਜਾ ਉਹ ਕਹਿ ਰਿਹਾ ਕਿ ਪਰ ਨਾਰੀ ਦੇ ਸੰਜੋਗ ਕਾਰਨ ਇੰਦਰ ਨੇ ਹਜ਼ਾਰਾਂ ਪੱਗ ਚਿੰਨ੍ਹ ਪ੍ਰਾਪਤ ਕੀਤੇ ਸਨ। ਪਰਾਈ ਨਾਰੀ ਦੇ ਸੰਜੋਗ ਕਾਰਨ ਚੰਦਰਮਾ ਨੂੰ ਕਲੰਕ ਲੱਗਿਆ ਸੀ। ਪਰ ਨਾਰੀ ਕਾਰਨ ਰਾਵਣ ਨੇ ਆਪਣੇ ਸਿਰ ਗਵਾਣੇ, ਰਾਵਣ ਨੂੰ ਆਪਣੇ ਸਿਰ ਗਵਾਉਣੇ ਪਏ। ਇਸੇ ਤਰ੍ਹਾਂ ਪਰ ਨਾਰੀ ਲਈ ਕੌਰਵਾਂ ਦੀ ਸੈਨਾ ਮਾਰੀ ਗਈ ਸੀ। ਇਹ ਜਿਹੜਾ ਉਪਦੇਸ਼ ਸਾਰਾ ਅਸੀਂ ਇੱਥੋਂ ਲੈ ਰਹੇ ਹਾਂ, ਇਹ ਸਾਰਾ ਕੁਝ ਅਸੀਂ ਚੰਗੀਆਂ ਗੱਲਾਂ ਨਹੀਂ ਕੱਢ ਸਕਦੇ, ਫਿਰ ਮਾੜੀਆਂ ਛੱਡ ਦਿਓ ਭਾਈ। ਇਹ ਪੂਰਾ ਪੈਕੇਜ ਲੈਣਾ ਪੈਣਾ। ਉਹ ਕੁਛ ਨਹੀਂ, ਉਹ ਚੰਗਾ ਉਹ ਨਹੀਂ ਰਲਾਉਣਾ ਹੀ ਰਲਾਉਣਾ। ਦੇਖੋ ਕਹਿਣਾ ਕਿੰਨਾ ਸੋਹਣਾ ਲਿਖਿਆ, ਭਾਈ ਕਿੰਨਾ ਸੋਹਣਾ ਇਸ ਲਈ ਲਿਖਿਆ ਵੀ ਤੁਹਾਨੂੰ ਫਸਾਉਣਾ ਸੀ ਨਾ। ਉਹ ਜਿਹੜਾ ਸੋਹਣਾ ਲਿਖਿਆ ਆ ਉਹ ਅੰਮ੍ਰਿਤ ਸੰਚਾਰ 'ਚ ਵੀ ਪਾ ਦਿੱਤਾ, ਉਹ ਸਾਡੀਆਂ ਰਹਿਤ ਵਿੱਚ ਵੀ ਪਾ ਦਿੱਤਾ। ਜਿਹੜਾ ਸੋਹਣਾ ਲਿਖਿਆ ਆ ਉਹ ਸੋਹਣੇ ਨਾਲ ਜਿਹੜਾ ਬਾਕੀ ਤਾਂ ਅਟੈਚ ਹੋ ਕੇ ਆਪੇ ਆ ਜਾਣਾ। ਹੇ ਬਾਲਾ, ਸਾਡੇ ਕੋਲ ਦੇਸ਼ ਦੇਸ਼ਾਂਤਰਾਂ ਦੀਆਂ ਨਾਰੀਆਂ ਆਉਂਦੀਆਂ ਹਨ। ਕਿਹਦੇ ਕੋਲ? ਰਾਜੇ ਕੋਲ ਥੋੜ੍ਹੀ ਆਉਂਦੀਆਂ, ਗੁਰੂ ਕੋਲ ਆਉਂਦੀਆਂ। ਆਈ ਗੱਲ ਸਮਝ? ਕਿੱਧਰ ਨੂੰ ਇਸ਼ਾਰਾ ਕਰਕੇ? ਦੇਸ਼ ਦੇਸ਼ਾਂਤਰਾਂ ਦੀਆਂ ਨਾਰੀਆਂ ਆਉਂਦੀਆਂ ਹਨ, ਮਨ ਬਾਸ਼ਤ ਵਰ ਮੰਗ ਕੇ ਗੁਰੂ ਮੰਨਦੇ ਹੋਇਆਂ ਸੀਸ ਝੁਕਾਉਂਦੀਆਂ ਹਨ। ਇਹ ਅਨੰਦਪੁਰ ਦਾ ਗੁਰੂ ਹੈ। ਮਨ ਬਾਸ਼ਤ ਵਰ ਪ੍ਰਾਪਤ ਰਾਜੇ ਕੋਲੋਂ ਨਹੀਂ, ਗੁਰੂ ਕੋਲੋਂ ਲਿਖਿਆ ਹੋਇਆ ਵੀ ਵਰ ਮੰਗ ਕੇ ਗੁਰੂ ਮੰਨਦੇ ਹੋਇਆਂ ਸੀਸ ਝੁਕਾਉਂਦੀਆਂ ਹਨ। ਮੈਂ ਆਪਣੇ ਚਿੱਤ ਵਿੱਚ ਸਿੱਖਾਂ ਨੂੰ ਪੁੱਤਰ ਅਤੇ ਉਹਨਾਂ ਦੀਆਂ ਇਸਤਰੀਆਂ ਨੂੰ ਧੀਆਂ ਸਮਝਦਾ ਹਾਂ। ਹੇ ਸੁੰਦਰੀ, ਉਹਨਾਂ ਨਾਲ ਮੈਂ ਰਮਣ ਕਿਸ ਤਰ੍ਹਾਂ ਕਰ ਸਕਦਾ? ਉਹਨਾਂ ਨਾਲ ਸੰਬੰਧ ਕਿੱਦਾਂ ਬਣਾ ਸਕਦਾ? ਇਹ ਬੋਲ ਸੁਣ ਕੇ ਉਹ ਇਸਤਰੀ ਕ੍ਰੋਧਿਤ ਹੋ ਗਈ, ਸੜ ਵੱਲ ਕੇ 8 ਟੁਕੜੇ ਹੋ ਗਈ। ਕਹਿਣ ਲੱਗੀ, ਮੈਂ ਹੁਣੇ ਚੋਰ ਕਹਿ ਕੇ ਰੌਲਾ ਪਾਉਂਦੀ ਹਾਂ ਅਤੇ ਲੋਕੀ ਕ੍ਰੋਧ ਕਰਕੇ ਤੈਨੂੰ ਮਾਰ ਸੁੱਟਣਗੇ। ਲਓ ਜੀ, ਹੁਣ ਜਿਹੜੀ ਗੱਲ ਸਮਝਣੀ ਨਾ, ਅਸੀਂ ਐਕਚੁਅਲੀ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਹੋਈਆਂ। ਇਹਨਾਂ ਨਾ ਅਸਲ 'ਚ ਕੀ ਹੈ, ਸਾਨੂੰ ਕੋਈ ਕਹਾਣੀ ਬਣਾ ਕੇ ਸੁਣਾ ਦਿੰਦਾ। ਸਾਡੇ ਜਿਹੜੇ ਪ੍ਰਚਾਰਕ ਸਟੇਜ 'ਤੇ ਆ ਕੇ ਸੁਣਾ ਦਿੰਦੇ ਆ। ਉਹ ਕਹਿੰਦੇ ਜੀ ਉਹਨੇ ਕੋਈ ਗਲਤ ਕੰਮ ਥੋੜ੍ਹੀ ਕੀਤਾ। ਯਾਰ, ਕਿਸੇ ਔਰਤ ਕੋਲ ਰਾਤ ਨੂੰ ਕੱਲਿਆਂ ਜਾਣਾ, ਮੰਤਰ ਲੈਣ ਜਾਣਾ, ਸੋਚ ਲਓ ਧਿਆਨ ਨਾਲ, ਕੱਲਿਆਂ ਜਾਣਾ, ਮੰਤਰ ਲੈਣ ਜਾਣਾ, ਉਹ ਗੁਰੂ ਜਾਏਗਾ? ਗੁਰੂ ਦੇ ਗਲ ਪਾ ਰਹੇ ਹੋ, ਕੋਈ ਗਲਤ ਕੰਮ ਨਹੀਂ ਕੀਤਾ। ਇਹ ਸਹੀ ਕੰਮ ਹੈ। ਗੁਰੂ ਅਧੂਰਾ ਸੀ, ਉਹਨੂੰ ਕਿਸੇ ਮੰਤਰ ਦੀ ਲੋੜ ਸੀ। ਇਹ ਵਾਲ ਫਰੇਬ ਪਾ ਕੇ ਗੁਰੂ ਦੇ ਨਾਲ ਚੀਜ਼ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਜਿਹਾ ਕੁਝ ਵੀ ਨਹੀਂ ਹੋਇਆ। ਇਹਨਾਂ ਚਰਿੱਤਰਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਅੱਗੇ ਸੁਣੋ, ਤੁਸੀਂ ਹੱਸਦੇ ਖੇਡਦੇ ਸੁਖਪੂਰਵਕ ਮੇਰੇ ਨਾਲ ਸੰਬੰਧ ਬਣਾਓ, ਵਿਅਰਥ ਦਾ ਸਮਾਂ ਨਾ ਗਵਾਓ। ਮੇਰੀਆਂ ਅੱਖਾਂ ਨੀਵੀਆਂ ਹੋ ਰਹੀਆਂ ਹਨ ਕਿ ਇਹਨਾਂ ਨੂੰ ਵੇਖ ਕੇ ਤੁਹਾਨੂੰ ਦੋਸ਼ ਨਹੀਂ ਲੱਗਦਾ। ਅੱਗੋਂ ਰਾਜੇ ਦਾ ਉੱਤਰ ਸੁਣੋ। ਆਹ ਦੇਖੋ ਕਿੰਨੀ ਢੀਠਤਾਈ ਵਾਲੀ ਗੱਲ ਹੈ। ਸਾਡੇ ਸਿੱਖਾਂ ਨੂੰ ਹਾਲੇ ਵੀ ਸਮਝ ਨਹੀਂ ਆਉਣੀ। ਆ ਗੁਰੂ ਦੇ ਰਾਜੇ ਨੂੰ ਗੁਰੂ ਬਣਾਤਾ, ਗੁਰੂ ਕੋਲ ਪੂਜਾ ਕਰਨ ਆਉਂਦੇ ਨੇ, ਨਮਸਕਾਰ ਵਰ ਲੈਣ ਆਉਂਦੇ ਨੇ। ਅੱਗੇ ਸੁਣੋ, ਰਾਜੇ ਨੇ ਉੱਤਰ ਦਿੱਤਾ
ਇਸੇ ਲਈ ਤਾਂ ਮੈਂ ਵੇਖਦਾ ਨਹੀਂ, ਇਸੇ ਲਈ ਤਾਂ ਮੈਂ ਤੇਰੀਆਂ ਅੱਖਾਂ ਵਿੱਚ ਵੇਖਦਾ ਨਹੀਂ। ਤੂੰ ਸਿੱਖਿਆ ਭਰੇ ਮੇਰੇ ਬਚਨ ਸੁਣ, ਕਿਤੇ ਵਿਜੋਗੇ ਹੋਏ ਇਹਨਾਂ ਨੈਣਾਂ ਨੂੰ ਵੇਖਣ ਨਾਲ ਹੀ ਲਗਨ ਨਾ ਲੱਗ ਜਾਏ। ਭਈ ਤੇਰੇ ਨੈਣਾਂ ਵਿੱਚ ਕਾਮ ਵਾਸ਼ਨਾ ਹੈ, ਇਸ ਕਰਕੇ ਮੈਂ ਤੇਰੇ ਨੈਣਾਂ ਨੂੰ ਨਹੀਂ ਦੇਖ ਰਿਹਾ। ਮੈਨੂੰ ਡਾਰਿਆ ਕਿ ਤੇਰੇ ਨੈਣਾਂ ਨੂੰ ਜੇ ਮੈਂ ਦੇਖਾਂਗਾ ਕਿਤੇ ਮੇਰੇ ਤੇ ਉਹਨਾਂ ਦਾ ਅਸਰ ਨਾ ਹੋ ਜਾਵੇ, ਭਾਵ ਮੈਂ ਗਲਤ ਕੰਮ ਨਾ ਕਰ ਬੈਠਾਂ। ਇਹ ਤੁਹਾਨੂੰ ਮੈਂ ਪੜ੍ਹ ਕੇ ਸੁਣਾ ਰਿਹਾ। ਰਤਨ ਸਿੰਘ ਜੱਗੀ ਜੀ ਨੇ ਅਰਥ ਕੀਤੇ ਨੇ, ਡਾਕਟਰ ਰਤਨ ਸਿੰਘ ਜੱਗੀ ਨੇ 10ਵੇਂ ਗ੍ਰੰਥ ਦੇ। ਜੇ ਪੰਨਾ ਨੰਬਰ ਲਿਖਣਾ 1122, ਠੀਕ ਹੈ। ਇਹ ਮਤਲਬ ਬੇਵਸ ਹੋਇਆ ਰਾਜਾ, ਵਿੱਚ ਗੁਰੂ ਪਾਤਾ, ਵਿੱਚ ਰਾਜਾ ਪਾਤਾ। ਭੁਲੇਖਾ ਪਾਉਣ ਲਈ ਸਾਰਾ ਕੁਝ ਜਾਲ ਬੁਣਿਆ। ਫਸਾਉਣਾ ਕੀ ਸੀ? ਸਿੱਖੀ ਨੂੰ ਖਤਮ ਕਰਨਾ। ਅੱਗੇ ਸੁਣੋ। ਹੁਣ ਪਹਿਲਾਂ ਤਾਂ ਭਗਵਤੀ ਦੇਵੀ ਦੀ ਆਰਾਧਨਾ ਕਰਦਾ ਹੋਇਆ ਆਇਆ ਸੀ, ਉਹ ਵੀ ਜੋੜਤੀ, ਰਾਜਾ ਕਰਕੇ ਜੋੜੀ, ਅੱਗੇ ਗੁਰੂ ਬਣਾਤਾ ਤੇ ਗੁਰੂ ਨਾਲ ਜੁੜ ਗਈ। ਅੱਗੇ ਸੁਣੋ। ਬ੍ਰਾਹਮਣਾਂ ਨੂੰ ਦਾਨ ਦਿਓ, ਇਹ ਉਪਦੇਸ਼ ਹੈ। ਬ੍ਰਾਹਮਣਾਂ ਨੂੰ ਦਾਨ ਦਿਓ ਅਤੇ ਦੁਸ਼ਟਾਂ ਨੂੰ ਘੂਰ ਕੇ ਰੱਖੋ, ਸਾਥੀਆਂ ਨੂੰ ਸੁਖੀ ਰੱਖੋ ਅਤੇ ਵੈਰੀਆਂ ਦੇ ਸਿਰ ਉੱਤੇ ਸਦਾ ਤਲਵਾਰ ਵਜਾਉਂਦੇ ਰਹੋ। ਲੋਕ ਲਾਜ ਨੂੰ ਛੱਡ ਕੇ ਕੋਈ ਕੰਮ ਨਾ ਕਰੋ, ਠੀਕ ਹੈ। ਇਹ ਜਿਹੜਾ ਉਪਦੇਸ਼ ਹੈ, ਅੱਗੇ ਆ ਗੱਲਾਂ ਕਿ ਬ੍ਰਾਹਮਣਾਂ ਨੂੰ ਦਾਨ ਦਿਓ। ਪਾਤੀ ਇੱਕ ਹੋਰ ਪਸੂੜੀ, ਇੱਕ ਹੋਰ ਮਨਮਤ ਤੁਹਾਡੇ ਗਲ ਮੜ ਦਿੱਤੀ। ਕਿਵੇਂ? ਉਹ 'ਚੋਂ ਬਦਲ ਜਾਣਾ ਨਹੀਂ ਜੀ, ਰਾਜੇ ਦੀ ਗੱਲ। ਭਾਈ ਗੁਰੂ ਕਿੱਥੋਂ ਆ ਗਿਆ ਵਿੱਚ? ਫਿਰ ਗੁਰੂ ਤਾਂ ਵਿੱਚ ਲਿਖਿਆ ਹੋਇਆ, ਗੁਰੂ ਦੇ ਸਿੱਖ ਲਿਖਿਆ ਹੋਇਆ, ਸਿੱਖ ਦੀ ਘਰ ਵਾਲੀ ਸਿੱਖਣੀ ਮੇਰੀ ਧੀ ਹੋਈ, ਸਭ ਕੁਝ ਲਿਖਿਆ ਹੋਇਆ। ਹੋਰ ਇਹਨੂੰ ਉਜਾਗਰ ਕੀ ਕਰਨਾ? ਸਮਾਂ ਸਥਾਨ ਪੂਰਾ ਐਡਰੈਸ ਵੇਰਵੇ ਨਾਲ ਲਿਖਿਆ। ਆਨੰਦਪੁਰ, ਸਤਲੁਜ ਨਦੀ ਦੇ ਕੰਢੇ ਤੇ, ਨੈਣਾ ਦੇਵੀ ਦੇ ਨੇੜੇ, ਕਹਿਲੂਰ ਰਿਆਸਤ ਵਿੱਚ। ਦੂਰੋਂ ਦੂਰੋਂ ਲੋਕ ਆਉਂਦੇ ਨੇ ਵਰ ਪ੍ਰਾਪਤ ਕਰਨ, ਸਾਰਾ ਕੁਝ ਲਿਖਿਆ ਹੋਇਆ। ਅੱਗੇ ਸੁਣੋ। ਰਾਜੇ ਦੇ ਵਚਨ ਕੰਨਾਂ ਨਾਲ ਸੁਣ ਕੇ ਇਸਤਰੀ ਨੇ ਮਨ ਵਿੱਚ ਬਹੁਤ ਕ੍ਰੋਧ ਕੀਤਾ ਅਤੇ ਚੋਰ ਚੋਰ ਕਹਿ ਕੇ ਆਪਣੇ ਸੇਵਕਾਂ ਨੂੰ ਜਗਾ ਦਿੱਤਾ। ਕੰਨਾਂ ਨਾਲ ਚੋਰ ਚੋਰ ਦੇ ਵਚਨ ਸੁਣ ਕੇ ਰਾਜਾ ਬਹੁਤ ਡਰ ਗਿਆ ਅਤੇ ਡੌਰ ਭੌਰ ਹੋਇਆ। ਜੁੱਤੀ ਅਤੇ ਪਾਮਰੀ ਸਰਦੀਆਂ ਵਿੱਚ ਪਾਣ ਦਾ ਇੱਕ ਵੱਡਾ ਚੋਲਾ ਛੱਡ ਕੇ ਭੱਜ ਗਿਆ। ਰਾਜਾ ਉੱਥੋਂ ਆਪਣੀ ਜੁੱਤੀ ਤੇ ਪਾਮਰੀ ਛੱਡ ਕੇ ਭੱਜ ਗਿਆ। ਇਹ ਚਰਿੱਤਰ ਜਿਹੜਾ ਨੰਬਰ 21 ਹੈ, ਇੱਥੋਂ ਤੱਕ ਇਸ ਦੀ ਵਿਚਾਰ ਹੈ। ਅਗਲੀ ਜਿਹੜੀ ਵਿਚਾਰ ਚਰਿੱਤਰ ਨੰਬਰ 22 ਦੇ ਵਿੱਚ ਕਰਾਂਗੇ, ਅਲੱਗ ਵੀਡੀਓ 'ਚ। 23 ਵਾਲੀ ਇੱਕ ਹੋਰ ਵੀਡੀਓ 'ਚ ਕਰਾਂਗੇ। ਅੱਜ ਦੀ ਇਹ ਵੀਡੀਓ ਇੱਥੇ ਸਮਾਪਤ ਹੈ। ਅੰਦਾਜ਼ਾ ਲਾਈ ਜਾਓ ਸਾਡੇ ਲਈ ਕਿੰਨੇ ਕੰਡੇ ਬੀਜੇ ਗਏ ਨੇ, ਔਰ ਗੰਡੇ ਬੀਜਣ ਵਾਲੇ ਨੇ ਬੀਜੇ ਨੇ, ਪਰ ਅਸਾਂ ਇਹਨਾਂ ਕੰਡਿਆਂ ਨੂੰ ਆਪਣੇ ਸਮਝ ਲਿਆ ਵੀ ਇਹ ਸਾਡਾ ਹੀ ਸਭ ਕੁਝ ਹੈ। ਉਹ ਜਿਹੜੇ ਬਚਿੱਤਰ ਨਾਟਕ ਨੂੰ ਗੁਰੂ ਕ੍ਰਿਤ ਮੰਨਦੇ ਨੇ ਜਾਂ ਉਲਥਾ ਕੀਤਾ ਹੋਇਆ ਮੰਨਦੇ ਨੇ, ਕੀ ਕੋਈ ਜਵਾਬ ਦੇਗਾ? ਮੈਂ ਆਮ ਸਿੱਖਾਂ ਨੂੰ ਬੇਨਤੀ ਕਰਦਾ, ਜਿਹੜਿਆਂ ਨੇ ਕੋਈ ਗ੍ਰੰਥ ਨਹੀਂ ਪੜ੍ਹਿਆ, ਭਾਈ ਸਟੇਜ 'ਤੇ ਜੋ ਗੱਲਾਂ ਸੁਣਾਈਆਂ ਜਾਂਦੀਆਂ ਉਹਨਾਂ ਨੂੰ ਸੱਚ ਨਾ ਮੰਨੋ। ਆਪ ਥੋੜ੍ਹੀ ਬਹੁਤ ਹਿੰਮਤ ਕਰੋ, ਆਪ ਮਿਹਨਤ ਕਰੋ। ਹੁਣ ਮੈਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦਾ। ਇੱਕੋ ਹੀ ਬੇਨਤੀ ਕਰਦਾ ਵੀ ਇਹ ਕੰਮ ਬੜਾ ਔਖਾ ਹੈ। ਆਪ ਤੁਸੀਂ ਨਹੀਂ ਪੜ੍ਹਦੇ, ਘੱਟੋ ਘੱਟ ਮੈਂ ਪੜ੍ਹ ਰਿਹਾ, ਤੁਸੀਂ ਸਹਿਯੋਗ ਕਰੋ। ਇਸ ਵੀਡੀਓ ਨੂੰ ਪੂਰਾ ਸੁਣੋ। ਸੁਣ ਕੇ ਜੇ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਸ ਨੂੰ ਲਾਈਕ ਕਰੋ, ਪਸੰਦ ਕਰੋ, ਉਹ ਬਟਨ ਨੂੰ ਪ੍ਰੈਸ ਕਰੋ, ਪਤਾ ਲੱਗੇ ਲੋਕਾਂ 'ਚ ਵੀ ਹਾਂ ਇਹ ਮੈਨੂੰ ਵੀ ਪਤਾ ਲੱਗੇ, ਉਤਸ਼ਾਹ ਮਿਲੇ ਵੀ ਸੁਣ ਰਹੇ ਹੋ ਤੁਸੀਂ। ਔਰ ਦੂਜਾ, ਇਸ ਨੂੰ ਅੱਗੇ ਵੰਡੋ ਵੀ, ਸ਼ੇਅਰ ਕਰੋ। ਕਿ ਮੈਂ ਤਾਂ ਵੀਡੀਓ ਬਣਾ ਸਕਦਾ, ਉਹਦਾ ਪ੍ਰਚਾਰ ਨਹੀਂ ਕਰ ਸਕਦਾ। ਪ੍ਰਚਾਰ ਤੁਸੀਂ ਕਰਨਾ, ਜਿਹਨੂੰ ਪਸੰਦ ਆਏ ਉਹਨ ਅੱਗੇ ਪ੍ਰਚਾਰ ਕਰਨਾ। ਜਿਹੜਾ ਇਸ ਚੀਜ਼ ਨੂੰ ਪਸੰਦ ਕਰਦਾ ਵਾਕਈ ਗੱਲ ਸਹੀ ਹੈ, ਇਹ ਅੱਗੇ ਉਹਦੀ ਡਿਊਟੀ ਹੈ। ਫਿਰ ਮੇਰਾ ਜਿਹੜਾ ਚੈਨਲ ਹੈ ਸੱਚ ਦੀ ਖੋਜ ਵਿਦ ਬਲਦੇਵ ਸਿੰਘ MA ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਵੱਧ ਤੋਂ ਵੱਧ ਜਗ੍ਹਾ ਇਹ ਗਿਆਨ ਪਹੁੰਚ ਸਕੇ ਔਰ ਮੈਨੂੰ ਹੌਸਲਾ ਹੋਵੇ ਕਿ ਮੇਰੇ ਸਿੱਖ ਭੈਣ ਭਰਾ ਵੀਰ ਭੈਣਾਂ ਖਾਸ ਕਰਕੇ ਇਹ ਵੀਡੀਓ ਜ਼ਰੂਰ ਸੁਣਨ। ਉਹਨਾਂ ਨੂੰ ਜਿੰਨਾ ਜਲੀਲ ਕੀਤਾ ਗਿਆ ਇਸ ਗ੍ਰੰਥ ਦੇ ਵਿੱਚ, ਜੇਕਰ ਕੋਈ ਵੀ ਭੈਣ ਇਸ ਨੂੰ ਇੱਕ ਵਾਰ ਵੀਡੀਓ ਨੂੰ ਸੁਣੇਗੀ, ਜ਼ਿੰਦਗੀ ਭਰ ਉਹ ਬਚਿੱਤਰ ਨਾਟਕ ਨੂੰ ਕਦੀ ਨਹੀਂ ਮੰਨੇਗੀ।
ਆਓ ਇੱਥੇ ਹੀ ਸਮਾਪਤੀ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।